ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਭਾਰਤ ਦੇ ਵਿੱਚ ਹੋਇਆ G20 ਸੰਮੇਲਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਖਾਸ ਤੌਰ ਤੇ ਪਧਾਰੇ। ਚੀਨ ਤੇ ਰਸ਼ੀਆ ਦੂਰ ਰਹੇ ਨੇ ਇਸ G20 ਸੰਮੇਲਨ ਤੋਂ ਔਰ ਇਸ ਉਹਨਾਂ ਦੀ ਗੈਰ ਹਾਜ਼ਰੀ ਦਾ ਪੂਰਾ ਫਾਇਦਾ ਉਠਾਇਆ ਅਮਰੀਕਾ ਨੇ ਔਰ G20 ਨੂੰ ਆਪਣੇ ਵੱਲ ਮੋੜਨ ਦੇ ਵਿੱਚ ਸਫਲ ਰਿਹਾ ਹੈ ਅਮਰੀਕਾ ਦੀ ਸਪੋਰਟ ਦੇ ਨਾਲ ਭਾਰਤ ਬਣਿਆ ਹੈ ਗਲੋਬਲ ਸਾਊਥ ਦਾ ਲੀਡਰ। ਹੁਣ ਮਾਮਲਾ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਭਾਰਤ ਦੀ ਵਾਹਵਾਹੀ ਹੋ ਰਹੀ ਹੈ ਉੱਥੇ ਬਾਈਡਨ ਸਾਹਿਬ ਦੀ ਅਮਰੀਕਾ ਦੀ ਡਿਪਲੋਮੈਸੀ ਦੀ ਔਰ ਅਮਰੀਕਾ ਦੀਆਂ ਸਾਰੀਆਂ ਨੀਤੀਆਂ ਦੀ ਵੀ ਵਾਹਵਾਹੀ ਹੋ ਰਹੀ ਹੈ ਔਰ ਇੱਥੋਂ ਸਿੱਧਾ ਇੰਡੀਆ ਤੋਂ ਚਲੇ ਗਏ ਨੇ ਵੀਅਤਨਾਮ ਜੋ ਬਾਈਡਨ ਔਰ ਉੱਥੇ ਵੀਅਤਨਾਮ ਦੇ ਵਿੱਚ ਮੁਲਾਕਾਤ ਕਰਕੇ ਵੀਅਤਨਾਮ ਨੂੰ ਵੀ ਆਪਣੇ ਵੱਲ ਮੋੜਨ ਦੀ ਉਹਨਾਂ ਨੇ ਭਰਪੂਰ ਕੋਸ਼ਿਸ਼ ਕੀਤੀ ਹੈ। ਵੀਅਤਨਾਮ ਇੱਕ ਕਮਿਊਨਿਸਟ ਕੰਟਰੀ ਹੈ, ਫਿਰ ਵੀ ਬਾਈਡਨ ਸਾਹਿਬ ਸਫਲ ਰਹੇ ਨੇ। ਇਹਦੇ ਪਿੱਛੇ ਇੱਕ ਹੋਰ ਰਣਨੀਤੀ ਹੈ ਕਿ ਚੀਨ ਜਿਸ ਤਰ੍ਹਾਂ ਸਾਰੀਆਂ ਮਰਿਆਦਾਵਾਂ ਛੱਡ ਕੇ ਆਪਣੀ ਮਨ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਵਰਲਡ ਲੀਡਰ ਬਣਾਉਣਾ ਚਾਹੁੰਦਾ ਹੈ, ਉਹਨੂੰ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਹੈ ਅਮਰੀਕਾ ਦੀ। ਬਾਈਡਨ ਸਾਹਿਬ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਚੀਨ ਤਰੱਕੀ ਕਰੇ ਪਰ ਮਰਿਆਦਾ ਦੇ ਵਿੱਚ, ਦੂਜਿਆਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਨਾ ਕਰੇ, ਖੁਦ ਆਪਣੇ ਆਪ ਨੂੰ ਵਰਲਡ ਲੀਡਰ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਮਰਿਆਦਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਇੱਕ ਕੋਰੀਡੋਰ ਦੀ ਵੀ ਘੋਸ਼ਣਾ ਕੀਤੀ ਗਈ ਹੈ ਭਾਰਤ ਦੇ ਵਿੱਚ G20 ਦੇ ਵਿੱਚ, ਜਿਹਦੇ ਵਿੱਚ ਇੰਡੀਆ ਹੋਏਗਾ, ਗਲਫ ਕੰਟਰੀਜ਼ ਹੋਣਗੀਆਂ, ਅਮਰੀਕਾ ਹੋਏਗਾ, ਯੂਰਪ ਹੋਏਗਾ। ਸੋ ਮਿਡਲ ਈਸਟ ਵੀ ਉਹਦੇ ਵਿੱਚ ਸ਼ਾਮਿਲ ਹੋ ਰਿਹਾ ਹੈ। ਸੋ ਬਾਈਡਨ ਸਾਹਿਬ ਉਹਦੇ ਉੱਤੇ ਵੀ ਇੱਕ ਭਰੋਸਾ ਰੱਖ ਰਹੇ ਨੇ। ਇਹ तमाम ਗੱਲਾਂ ਆਪਣੀ ਜਗ੍ਹਾ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੀਆਂ ਨੇ ਪਰ ਇੱਕ ਥਾਂ ਦੇ ਉੱਤੇ ਗੜਬੜ ਹੋ ਗਈ। ਉਹ ਗੜਬੜ ਇਹ ਹੋ ਗਈ ਕਿ ਜੌਨ ਹੰਟਰ, ਉਹਨਾਂ ਦੇ ਉੱਤੇ ਜੋ ਇਲਜ਼ਾਮਾਤ ਲੱਗਦੇ ਨੇ, ਉਹਦਾ ਕਿਤੇ ਨਾ ਕਿਤੇ ਜੋ ਬਾਈਡਨ ਸਾਹਿਬ ਦੇ ਕੈਰੀਅਰ ਦੇ ਉੱਤੇ, ਉਹਨਾਂ ਦੀ ਸਾਖ ਦੇ ਉੱਤੇ, ਉਹਨਾਂ ਦੀ ਇਮੇਜ ਦੇ ਉੱਤੇ ਅਸਰ ਪੈਂਦਾ ਹੈ। ਹੁਣ ਜਾਂਚ ਦੀ ਗੱਲ ਹੋ ਰਹੀ ਹੈ ਕਿ ਬਾਈਡਨ ਸਾਹਿਬ ਦੀ ਜਾਇਦਾਦ, ਉਹਨਾਂ ਦੇ ਬੇਟੇ ਦੀ ਜਾਇਦਾਦ ਬਾਰੇ ਜਾਂਚ ਕੀਤੀ ਜਾਵੇ, ਉਹਨਾਂ ਦੇ ਪਰਿਵਾਰ ਦੀ ਜਾਇਦਾਦ ਬਾਰੇ ਜਾਂਚ ਕੀਤੀ ਜਾਵੇ ਕਿ ਕਿੱਥੋਂ ਦੀਆਂ ਇਹ ਸਾਰੀਆਂ ਦੌਲਤਾਂ ਨੇ, ਇਹ ਕਿੱਦਾਂ ਇਕੱਠੀਆਂ ਕੀਤੀਆਂ ਗਈਆਂ। ਇਹ ਸਭ ਗੱਲਾਂ ਵੀ ਹੁੰਦੀਆਂ ਨੇ ਔਰ ਬਾਈਡਨ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਮੇਰੇ ਬੇਟੇ ਨੇ ਇੱਦਾਂ ਦਾ ਕੁਝ ਨਹੀਂ ਕੀਤਾ, ਇਹ ਸਿਰਫ ਪੋਲੀਟੀਕਲ ਪ੍ਰੋਪੇਗੰਡਾ ਹੈ ਮੈਨੂੰ ਬਦਨਾਮ ਕਰਨ ਵਾਸਤੇ। ਆਈ ਐਮ ਪ੍ਰਾਊਡ ਆਫ ਮਾਈ ਸਨ। ਸੋ ਇਹ ਜਾਂਚ ਦੀ ਵੀ ਹੁਣ ਗੱਲ ਹੋ ਰਹੀ ਹੈ ਔਰ ਪਹਿਲਾਂ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਹੋਇਆ ਔਰ ਉਦੋਂ ਵੀ ਅਸਤੀਫੇ ਵੀ ਦਿੱਤੇ ਗਏ ਨੇ, ਰੈਜ਼ਿਗਨੇਸ਼ਨਸ ਵੀ ਦਿੱਤੇ ਗਏ ਨੇ। ਹੁਣ ਬਾਈਡਨ ਸਾਹਿਬ ਤੇ ਵੀ ਗੱਲ ਆਉਂਦੀ ਹੈ ਕਿ ਇਹਨਾਂ ਨੂੰ ਰਿਜ਼ਾਈਨ ਕਰਨਾ ਪਏਗਾ ਆਪਣੇ ਆਫਿਸ ਤੋਂ ਕਿ ਨਹੀਂ। ਖੈਰ ਇਹ ਤਾਂ ਚਰਚਾ ਦਾ ਵਿਸ਼ਾ ਬਣਦਾ ਕਿਉਂਕਿ ਪਿਛਲੇ 9 ਮਹੀਨਿਆਂ ਤੋਂ ਜੋ ਜਾਂਚ ਚੱਲਦੀ ਪਈ ਹੈ ਬਾਈਡਨ ਸਾਹਿਬ ਦੇ ਉੱਤੇ, ਉਹਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਸੋ ਇਹ ਵੀ ਇੱਕ ਡਿਬੇਟ ਬਣਦਾ ਹੈ ਕਿ ਇਟ ਇਜ਼ ਅ ਪੋਲੀਟੀਕਲ ਪ੍ਰੋਪੇਗੰਡਾ। ਉਧਰੋਂ ਟਰੰਪ ਸਾਹਿਬ ਦੇ ਉੱਤੇ ਵੀ ਕੇਸਿਸ ਬਣੇ ਹੋਏ ਨੇ। ਸੋ ਇਹ ਕੁੱਲ ਮਿਲਾ ਕੇ ਸਥਿਤੀ ਜਿਹੜੀ ਹੈ ਬੜੀ ਕਨਫਿਊਜ਼ਨ ਵਾਲੀ ਬਣੀ ਹੋਈ ਹੈ ਸਨ 2024 ਦੀਆਂ ਇਲੈਕਸ਼ਨਸ ਵਾਸਤੇ ਔਰ ਸਨ 2024 ਦੀਆਂ ਇਲੈਕਸ਼ਨਸ ਭਾਰਤ ਦੇ ਵਿੱਚ ਵੀ ਡਿਊ ਨੇ। ਇਹ ਸਾਰੇ ਮਸਲੇ ਨੇ ਦੁਨੀਆ ਦੇ ਔਰ ਅਮਰੀਕਾ ਦਾ ਮਸਲਾ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਕਿਉਂਕਿ ਬੀਇੰਗ ਅ ਸੁਪਰ ਪਾਵਰ ਰਿਸਪੌਂਸਿਬਿਲਟੀ ਸਭ ਤੋਂ ਵੱਧ ਹੈ ਅਮਰੀਕਾ ਦੀ ਔਰ ਅਮਰੀਕਾ ਦੀਆਂ ਘਟਨਾਵਾਂ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈਣਾ ਲਾਜ਼ਮੀ ਹੈ। ਆਓ ਹੁਣ ਗੱਲ ਕਰਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਦੀ, ਆਪਣੇ ਪੰਜਾਬ ਦੇ ਮਸਲਿਆਂ ਦੀ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ। ਮਨਜੀਤ ਜੀ, ਵੈਲਕਮ ਟੂ ਪੰਜਾਬ ਚਰਚਾ। ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਵਧਾਈਆਂ ਵਾਲਾ ਕੰਮ ਹੋਣ ਲੱਗਾ ਕਿ ਜਿਹੜੀ ਨਵੀਂ ਪਾਰਲੀਮੈਂਟ ਬਣੀ ਹੈ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਉਹਦਾ ਪਹਿਲਾ ਸੈਸ਼ਨ ਹੋਣ ਜਾ ਰਿਹਾ ਹੈ, ਸਪੈਸ਼ਲ ਸੈਸ਼ਨ 18 ਤੋਂ 22 ਸਪਟੈਂਬਰ। ਔਰ ਕਿਹਾ ਜਾਂਦਾ ਹੈ ਕਿ ਇਸ ਸੈਸ਼ਨ ਦੇ ਵਿੱਚ ਪਿਛਲੇ 75 ਸਾਲਾਂ ਦੇ ਸਾਰੇ ਇਤਿਹਾਸ ਬਾਰੇ ਗੱਲ ਕੀਤੀ ਜਾਏਗੀ ਜਿਹੜਾ ਪੁਰਾਣੀ ਪਾਰਲੀਮੈਂਟ ਦੇ ਵਿੱਚ ਰਚਿਆ ਗਿਆ, ਯਾਨੀ ਦਸੰਬਰ 9 1946 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਾਰਾ ਕੁਝ ਇਹਦੇ ਵਿੱਚ ਚਰਚਾ ਦੇ ਵਿੱਚ ਲਿਆ ਜਾਣਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਗੱਲ ਕਰਾਂਗੇ ਕਿ ਜਿਹੜੀ ਇਹ ਯੂਨੀਫਾਰਮ ਹੈ ਉੱਥੋਂ ਦੇ EMPLOYEES ਦੀ, ਜਿਹੜੇ ਸਾਰੇ ਕਰਮਚਾਰੀ ਕੰਮ ਕਰ ਰਹੇ ਨੇ ਨਵੀਂ ਪਾਰਲੀਮੈਂਟ ਦੇ ਵਿੱਚ, ਉਹਦੇ ਉੱਤੇ ਜਿਹੜਾ ਨਿਸ਼ਾਨ ਹੈ, ਉਹਦੇ ਉੱਤੇ ਜਿਹੜਾ ਮਾਰਕ ਹੈ, ਉਹਦੇ ਵਿੱਚ ਕਮਲ ਦੇ ਫੁੱਲ ਦਾ ਨਿਸ਼ਾਨ ਹੈ। ਇੱਕ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਨਾਲ ਇਹਦੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਹੁਣ ਇਹ ਜਿਹੜਾ G20 ਸੰਮੇਲਨ ਪੂਰਾ ਹੋਇਆ, ਸੰਪੂਰਨ ਹੋਇਆ, ਇਹਦਾ ਜਿਹੜਾ ਲੋਗੋ ਹੈ G20,
ਉਹਦੇ ਵਿੱਚ ਜਿਹੜਾ 20 ਲਿਖਿਆ ਹੋਇਆ ਹੈ ਔਰ 20 ਦੀ ਜਿਹੜੀ ਜ਼ੀਰੋ ਹੈ ਉਹਨੂੰ ਗਲੋਬ ਯਾਨੀ ਧਰਤੀ ਦਾ ਰੂਪ ਦਿੱਤਾ ਗਿਆ ਹੈ ਔਰ ਉਹ ਵੀ ਕਮਲ ਦੇ ਫੁੱਲ ਦੇ ਉੱਤੇ ਜ਼ੀਰੋ ਰੱਖੀ ਹੋਈ ਹੈ ਧਰਤੀ ਦੇ ਰੂਪ ਦੇ ਵਿੱਚ। ਇੱਥੇ ਵੀ ਕਮਲ ਦਾ ਫੁੱਲ ਹੈ ਔਰ ਇਹ ਕਮਲ ਦਾ ਫੁੱਲ G20 ਦੇ ਲੋਗੋ ਦਾ, ਇਹ ਕਮਲ ਦਾ ਫੁੱਲ ਜੋ ਨਵੀਂ ਪਾਰਲੀਮੈਂਟ ਦੇ ਜਿਹੜੇ EMPLOYEES ਨੇ, ਕਰਮਚਾਰੀ ਨੇ, ਉਹਨਾਂ ਦੀ ਵਰਦੀ ਦੇ ਉੱਤੇ ਜਿਹੜਾ ਮਾਰਕ ਲੱਗਾ ਹੋਇਆ ਹੈ ਉੱਥੇ ਕਮਲ ਦਾ ਫੁੱਲ। ਇਸ ਨੂੰ ਵਿਰੋਧੀ ਧਿਰ ਇਹ ਕਹਿ ਰਹੇ ਨੇ ਕਿ ਇਹ BJP ਦਾ ਚੋਣ ਨਿਸ਼ਾਨ ਹੈ ਔਰ BJP ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਕਿ ਜਿਹੜਾ G20 ਦਾ ਸਾਰਾ ਸੰਮੇਲਨ ਹੋਇਆ ਹੈ ਇਹ ਐਕਚੁਅਲੀ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂ ਕੀਤੀ ਹੈ ਔਰ ਇਹ ਲੱਗਦਾ ਹੀ ਨਹੀਂ ਕਿ ਇਹ ਭਾਰਤ ਦੀ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤਾ ਗਿਆ ਸਮਿਟ ਹੈ। ਇਹ ਲੱਗਦਾ ਹੈ ਕਿ BJP ਨੇ ਇੱਕ ਆਪਣਾ ਇਵੈਂਟ ਕੀਤਾ ਹੈ ਆਪਣੀ ਪਬਲਿਸਿਟੀ ਵਾਸਤੇ ਔਰ ਨਿਸ਼ਾਨਾ ਹੈ 2024 ਦੀਆਂ ਇਲੈਕਸ਼ਨਸ। ਇੱਥੋਂ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਦੋਵਾਂ ਪਾਸੇ ਚਾਹੇ ਉਹ ਯੂਨੀਫਾਰਮ ਹੋਵੇ, EMPLOYEES ਦੀ ਜੋ ਨਵੇਂ ਪਾਰਲੀਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਕਰਮਚਾਰੀ, ਉਹਨਾਂ ਉੱਤੇ ਵੀ ਕਮਲ ਦਾ ਫੁੱਲ ਤੇ G20 ਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ। ਇਹ ਸਾਰੀਆਂ ਵਿਰੋਧੀ ਧਿਰਾਂ ਦੇ ਵਿੱਚ ਚਰਚਾ ਬਣੀ ਹੋਈ ਹੈ। ਮਨਜੀਤ ਜੀ। ਹਾਂਜੀ, ਇਸ ਤਰ੍ਹਾਂ ਆ ਖੰਨਾ ਸਾਹਿਬ ਕਿ ਪਹਿਲੀ ਗੱਲ ਤੇ ਤੁਸੀਂ ਕਿਹਾ ਨਵੀਂ ਬਿਲਡਿੰਗ ਹੈ ਤੇ ਨਵਾਂ ਕੁਝ ਬਹੁਤਾ ਉਮੀਦ ਨਾ ਕਰਿਓ। ਬਿਲਡਿੰਗਾਂ ਦੇ ਨਾਲ ਬੰਦੇ ਨਹੀਂ ਬਦਲਦੇ। ਉਹੋ ਹੀ ਪ੍ਰਧਾਨ ਮੰਤਰੀ ਹੋਣੇ ਆ, ਉਹ ਅਮਿਤ ਸ਼ਾਹ ਹੋਣਾ, ਉਹੋ ਹੀ ਵਿਰੋਧੀ ਪਾਰਟੀਆਂ ਹੋਣੀਆਂ। ਜਦ ਤੱਕ ਉਹਨਾਂ ਦੀਆਂ ਆਦਤਾਂ, ਪ੍ਰਾਇਓਰਿਟੀਜ਼, ਸੋਚ ਔਰ ਜਿਹੜੀ ਵਿਲ ਟੂ ਡੂ ਸਮਥਿੰਗ ਫਾਰ ਦਾ ਪੀਪਲ, ਅਗਰ ਉਹ ਨਹੀਂ ਕੁਝ ਪੈਦਾ ਹੁੰਦੀ ਤਾਂ ਬਿਲਡਿੰਗਾਂ ਜਿੰਨੀਆਂ ਮਰਜ਼ੀ ਨਵੀਆਂ ਬਣੀ ਜਾਓ, ਨਾ ਜਹਾਜ਼ ਬਦਲਣ ਦੇ ਨਾਲ ਕੁਝ ਹੋਣਾ, ਨਾ ਤੁਹਾਡੇ ਆਪਣੇ ਕੱਪੜੇ ਬਦਲਣ ਦੇ ਨਾਲ ਕੁਝ ਹੋਣਾ। ਪਹਿਲੀ ਗੱਲ ਤੇ ਇਹ ਹੈਗੀ ਆ। ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਇੰਜ, ਮੈਂ ਵੀ ਜਿਸ ਤਰ੍ਹਾਂ ਤੁਹਾਡੀ ਗੱਲ ਦਾ ਮੋਟਾ ਜਵਾਬ ਦਿੰਦਾ, ਫਿਰ ਆਪਾਂ ਕੱਲੇ ਤੇ ਆ ਜਾਣਾ। ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਇੰਜ ਲੱਗਦਾ ਕਿ ਉਹ ਇਲੈਕਸ਼ਨ ਮੋਡ 'ਚ। ਉਹ ਕਦੋਂ ਇਲੈਕਸ਼ਨ ਮੋਡ 'ਚ ਨਹੀਂ ਹੁੰਦੇ? ਉਹ ਪਿਛਲੇ 9.5 ਸਾਲਾਂ ਦੇ ਇਲੈਕਸ਼ਨ ਮੋਡ 'ਚ ਹੀ ਹੈ। ਉਹ ਜਦੋਂ ਪ੍ਰਧਾਨ ਮੰਤਰੀ ਬਣ ਜਾਂਦੇ ਆ ਉਦੋਂ ਇਹ ਸੋਚਦੇ ਆ ਕਿ ਗਵਰਨੈਂਸ ਰੱਖੋ ਇੱਕ ਪਾਸੇ, ਆਪਾਂ ਨੇ ਕੋਈ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ, ਜਿਹੜਾ ਕੁਝ ਵੀ ਦਿੱਤਾ ਜਾਂਦਾ ਉਹਦਾ ਵੋਟਾਂ ਲਈ ਇਨਕੈਸ਼ ਕਰਨ ਲਈ ਕੰਮ ਕੀਤਾ ਜਾਂਦਾ, ਨਾ ਕਿ ਦੇਸ਼ ਦੇ ਵਿਕਾਸ ਦਾ, ਤਰੱਕੀ ਦਾ। ਇਸ ਲਈ ਕਮਲ ਦੇ ਦਿਨ ਵੀ ਮੈਨੂੰ ਲੱਗਦਾ ਹੁਣ ਬੜੇ ਖਤਰਨਾਕ ਆ ਗਏ ਆ। ਰਾਜਨੀਤਿਕ ਲੋਕਾਂ ਦੇ, ਜਿਹੜੀ ਸਾਡੀ ਰਾਜਨੀਤਿਕ ਜਮਾਤ ਆ, ਖਾਸ ਕਰਕੇ ਜਿਹੜੀ ਹੁਣ ਰੂਲਿੰਗ ਜਮਾਤ ਆ, ਉਹਨਾਂ ਦੇ ਤੇ ਚੱਟੇ ਦਰਖਤ ਨਹੀਂ ਹਰੇ ਹੁੰਦੇ ਤੇ ਕਮਲ ਕਿੱਥੋਂ ਬਚਣਾ? ਉਹ ਤੇ ਬੜਾ ਕੋਮਲ ਹੁੰਦਾ। ਇਸ ਲਈ ਸੰਜੀਵ ਜਸ ਖੰਨਾ ਜੀ, ਮੈਨੂੰ ਇਹ ਲੱਗਦਾ ਹੈ ਕਿ ਕਮਲ ਨੂੰ ਪ੍ਰੇਅਰ ਕਰਨੀ ਚਾਹੀਦੀ ਆ ਵੀ ਮੈਂ ਕਿੰਨਾ ਦੇ ਵੱਸ ਪੈ ਗਿਆ, ਮੈਨੂੰ ਮਸਲ ਕੇ ਸੁੱਟ ਦੇਣਗੇ, ਮੈਨੂੰ ਬਚਿਆ ਰਹਿਣ ਨਹੀਂ ਦੇਣਗੇ। ਮੇਰੀ ਜਿਹੜੀ ਖੁਸ਼ਬੂ ਹੈ ਜਾਂ ਸੁੰਦਰਤਾ, ਸੌਂਦਰਯ ਹੈ, ਉਹ ਸਾਰੀ ਦੀ ਸਾਰੀ ਇਸ ਵੇਲੇ ਖਤਰੇ 'ਚ ਆ ਗਈ ਆ, ਕਿਉਂਕਿ ਰਾਜਨੀਤਿਕ ਲੋਕ ਜਿਹਨੂੰ ਵੀ ਹੱਥ ਪਾ ਲਿਆ ਉਹਨੂੰ ਛੱਡਿਆ ਨਹੀਂ। ਵਿਰੋਧੀ ਪਾਰਟੀਆਂ ਦਾ ਬਿਲਕੁਲ ਖਦਸ਼ਾ ਠੀਕ ਹੈ। ਚਰਚਾ ਚੱਲ ਰਹੀ ਹੈ ਕਿ ਦੇਖੋ ਇਹ ਕਰਦੇ ਤੇ ਇੰਜ ਹੀ ਹੈ। ਕਮਲ ਦਾ ਜਦੋਂ ਇਹ ਲੋਗੋ ਬਣਿਆ ਸੀਗਾ G20 ਦਾ, ਤਾਂ ਉਦੋਂ ਵਿਰੋਧੀ ਪਾਰਟੀਆਂ ਨੇ ਇਸ ਗੱਲ ਦੀ ਗੱਲ ਰੱਖੀ ਸੀਗੀ। ਉਹ ਫਿਰ ਪਤਾ ਨਹੀਂ ਕਿਉਂ INDIA ਦੇ ਬਣਾਉਣ ਵੱਲ ਜ਼ਿਆਦਾ ਤਵੱਜੋ ਚਲੀ ਗਈ। ਇਹ ਗੱਲ ਕੋਈ ਬਹੁਤੀ ਫਿਰ ਤੂਲ ਨਹੀਂ ਫੜੀ, ਪਰ ਉਹਨਾਂ ਨੇ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕੀਤਾ ਸੀ ਔਰ ਆਬਵੀਅਸ ਹੈਗਾ। ਇਸੇ ਤਰੀਕੇ ਨਾਲ ਉਸ ਮੇਰਾ ਖਿਆਲ ਆਦਤ ਤੋਂ ਜਾਂ ਉਸ ਇੱਕ ਕਾਮਯਾਬੀ ਤੋਂ ਉਹਨਾਂ ਨੇ ਹਿੰਮਤ ਲੈ ਕੇ ਹੁਣ ਯੂਨੀਫਾਰਮ ਵੀ ਕਰ ਦਿੱਤੀ। ਮੈਨੂੰ ਤਾਂ ਲੱਗਦਾ ਕਿਤੇ ਘਰੇ ਕਿਤੇ ਹੁਣ ਸਕੂਲਾਂ ਦੀਆਂ ਯੂਨੀਫਾਰਮਾਂ ਉਹ ਵੀ ਉਹਦੇ ਤੇ ਕਮਲ ਨਾ ਲੱਗਣ ਲੱਗ ਜੇ, ਸਾਡੇ ਘਰੇ ਵੀ ਸਵੇਰ ਕਮਲ ਨਾ ਆਉਣ ਲੱਗ ਜਾਣ। ਕੋਈ ਇਹੋ ਜਿਹੀਆਂ ਗੱਲਾਂ ਦਾ ਇਹਨਾਂ ਦੀ ਆਦਤ ਜੀ ਬਣ ਗਈ ਹੈ। ਪਰ ਇਹ ਗੱਲ ਭੁੱਲ ਜਾਣ ਕਿ ਸੱਤਾ ਜਿਹੜੀ ਆ ਉਹ ਸਿਰਫ ਇੱਕ ਕਮਲ ਨੂੰ ਜਗ੍ਹਾ ਉਜਾਗਰ ਕਰਕੇ ਆਪਣਾ ਚੋਣ ਨਿਸ਼ਾਨ ਨੂੰ ਤੁਸੀਂ ਅੱਗੇ ਰੱਖ ਕੇ ਤੇ ਸੱਤਾ ਪਾ ਲਓਗੇ। ਸੱਤਾ ਲਈ ਤਰੱਦਦ ਕਰਨਾ ਪਊ, ਧਰਾਤਲ ਤੇ ਕੁਝ ਕਰਨਾ ਪਊ। ਹਾਂ, ਇੱਕ ਆ ਵੀ ਗੱਲ ਆਈ ਆ ਸ਼ਸ਼ੀ ਥਰੂਰ ਵੱਲੋਂ ਕਿ ਭਾਈ ਇਹ ਵੀ ਹੋ ਸਕਦਾ ਅੱਗੇ ਵੀ ਜਦੋਂ ਯਾਤਰਾ ਤੋਂ ਕਿਸੇ ਤੀਰਥ ਯਾਤਰਾ ਤੋਂ ਗੱਡੀ ਗੋਧਰਾ 'ਚ ਵਾਪਸ ਆਈ ਸੀ, ਉਹਦੇ 'ਚ ਯਾਤਰੀਆਂ ਦਾ ਮਾਰਿਆ ਗਿਆ ਸੀਗਾ। ਕਿਹਨੇ ਮਾਰਿਆ ਉਹ ਤੇ ਨਹੀਂ ਸਾਨੂੰ ਪਤਾ ਲੱਗਾ, ਪਰ ਜਿਹੜਾ ਉਦੋਂ ਬਾਅਦ ਵਿੱਚ ਜੋ ਉੱਥੇ ਮੁਸਲਮਾਨਾਂ ਦਾ ਤੇ ਹੋਰਨਾਂ ਫਿਰਕਿਆਂ ਦਾ ਆਪਸ ਵਿੱਚ ਲਹੂ ਲਹਾਨ ਹੋਏ, ਜੋ ਅੱਜ ਤੱਕ
ਦਿਲ ਕੰਬਾ ਦੇਣ ਵਾਲੇ ਹੈਗੇ ਆ। ਉਹ ਬਿਲਕਿਸ ਬਾਨੋ ਵਾਲਾ ਕੇਸ ਜੇ ਤੁਸੀਂ ਸੁਣ ਲਓ ਤੇ ਓਨਾ ਹੀ ਬਹੁਤ ਆ ਕਿ ਕੀ ਕੁਝ ਹੋਇਆ। ਕਿਤੇ ਇਹ ਜਨਵਰੀ ਦੇ ਵਿੱਚ ਰਾਮ ਮੰਦਿਰ ਦਾ ਇੱਕ ਵੱਡਾ ਫੰਕਸ਼ਨ ਹੋਣਾ, ਉਦੋਂ ਜਿਹੜੀਆਂ ਗੱਡੀਆਂ ਵਾਪਸ ਆਉਣ, ਕਿਤੇ ਉਦੋਂ ਨਾ ਕੁਝ ਹੋ ਜੇ। ਜਾਣੀ ਲੋਕਾਂ ਦਾ ਬੇਵਿਸ਼ਵਾਸੀ ਦਾ ਆਲਮ ਇੱਥੋਂ ਤੱਕ ਆ ਕਿ ਚੋਣਾਂ ਦੀ ਖਾਤਰ, ਸੱਤਾ ਦੀ ਖਾਤਰ, ਉਹ G20 ਹੋਵੇ ਜਾਂ ਕੋਈ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਹੋਵੇ ਜਾਂ ਕੋਈ ਕੁਝ ਵੀ ਹੋਵੇ, ਉਹਦਾ ਮੁੱਖ ਨਿਸ਼ਾਨਾ ਤੇ ਮੁੱਖ ਮਕਸਦ ਇੱਕੋ ਹੀ ਹੈ ਕਿ ਅਸੀਂ ਸੱਤਾ ਨੂੰ ਹੁਣ ਛੱਡਣਾ ਨਹੀਂ, ਕਿਸੇ ਵੀ ਤਰੀਕੇ ਦੇ ਨਾਲ ਇਹਦੇ ਤੇ ਕਬਜ਼ਾ ਰੱਖਣਾ। ਵੈਸੇ ਵੀ ਮੈਂ ਤੁਹਾਨੂੰ ਦੱਸ ਦਿਆਂ, ਮੋਦੀ ਜੀ ਪਿਛਲੇ 21 ਸਾਲ ਤੋਂ ਸੱਤਾ ਦੇ ਵਿੱਚ ਹੈ। ਹਾਂਜੀ ਗੋਧਰਾ ਤੋਂ ਬਾਅਦ ਲਗਾਤਾਰ ਜਾਂ ਤੇ ਉਹ ਚੀਫ ਮਿਨਿਸਟਰ ਰਹੇ 12-14 ਸਾਲ, ਫਿਰ ਉਦੋਂ ਤੋਂ ਬਾਅਦ ਪ੍ਰਧਾਨ ਮੰਤਰੀ ਰਹੇ ਆ ਹੁਣ। ਫਿਰ ਉਹ ਰਿਟਾਇਰ ਕਿਵੇਂ ਹੋ ਸਕਦੇ? ਇਹੋ ਜਿਹੇ ਬੰਦੇ ਤੇ ਉੱਥੇ ਪ੍ਰਧਾਨ ਮੰਤਰੀ ਦੀ ਕੁਰਸੀ 'ਚ ਹੀ ਆਖਰੀ ਸਾਹ ਲੈਣਾ ਚਾਹੁੰਦੇ ਆ। ਤਾਂ ਫਿਰ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੇ ਇੱਛਾ ਇਹੋ ਜਿਹੀ ਹੋਊ ਜਾਂ ਸੁਪਨੇ ਇਹੋ ਜਿਹੇ ਹੋਣਗੇ ਤਾਂ ਉਹਨਾਂ ਦੀ ਪੂਰਤੀ ਲਈ ਜਿਹੜੇ ਸਾਧਨ ਆ ਉਹ ਕਿਹੋ ਜਿਹੇ ਹੋ ਸਕਦੇ ਆ, ਕਿੱਥੋਂ ਕਿਸ ਹੱਦ ਤੱਕ ਖਤਰਨਾਕ। ਕੱਲਾ ਕਮਲ ਨੂੰ ਛੱਡੋ, ਤੁਸੀਂ ਹੋਰ ਕੀ ਕੁਝ ਹੋ ਸਕਦਾ, ਆਪਾਂ ਨੂੰ ਉਹਦੇ ਬਾਰੇ ਵੀ ਥੋੜਾ ਥੋੜਾ ਟਾਈਮ ਕੱਢ ਕੇ ਸੋਚਣ ਲਈ, ਚਿੰਤਾ ਤੇ ਚਿੰਤਨ ਕਰਨ ਦੀ ਲੋੜ ਆ। ਮਨਜੀਤ ਜੀ, ਪਿਛਲੇ 75 ਸਾਲਾਂ ਦਾ ਜੋ ਇਤਿਹਾਸ ਹੈ ਪਾਰਲੀਮੈਂਟ ਦਾ, ਪੁਰਾਣੀ ਪਾਰਲੀਮੈਂਟ ਦਾ, ਉਹ ਸਾਰੀ ਚਰਚਾ ਹੋਣੀ ਹੈ ਦਸੰਬਰ 9 1946 ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੇ ਵਿੱਚ ਜੋ ਕੁਝ ਵੀ ਹੋਇਆ ਪੁਰਾਣੀ ਪਾਰਲੀਮੈਂਟ ਦੇ ਵਿੱਚ, ਉਹ ਸਾਰੀ ਚਰਚਾ ਹੋਏਗੀ। ਨਵੀਂ ਬਿਲਡਿੰਗ ਦੇ ਵਿੱਚ ਬਹਿ ਕੇ ਵਿਰੋਧੀ ਧਿਰਾਂ ਵੀ ਬੈਠਣਗੀਆਂ ਤੇ ਰੂਲਿੰਗ ਪਾਰਟੀ ਵੀ ਬੈਠੇਗੀ। ਹੁਣ ਉਹ ਤੁਹਾਨੂੰ ਕੀ ਲੱਗਦਾ ਹੈ ਕੀ ਮੋੜ ਹੋਏਗਾ? ਕੋਈ ਮੀਨ ਮੇਖ ਕੱਢਣ ਵਾਲੀ ਗੱਲ ਹੈ? ਕਿਉਂਕਿ ਇਤਿਹਾਸ ਦਾ ਕਦੀ ਵੀ ਵਰਤਮਾਨ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਖਰਾ ਨਹੀਂ ਉਤਰਦਾ ਹੁੰਦਾ, ਹਮੇਸ਼ਾ ਮੀਨ ਮੇਖ ਕੱਢੀ ਜਾਂਦੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕੀ ਹੋਣ ਵਾਲਾ ਹੈ ਨਵੇਂ ਸੈਸ਼ਨ ਦੇ ਵਿੱਚ 18 ਤੋਂ 22 ਸਤੰਬਰ ਤੱਕ? ਸੰਜੀਵ ਜੀ, ਹੋਣਾ ਕੀ ਹੈ ਜੋ ਪਹਿਲਾਂ ਹੋਇਆ 2 ਸੈਸ਼ਨਾਂ 'ਚ? ਕੀ ਹੋਇਆ ਤੁਹਾਨੂੰ ਅੰਦਾਜ਼ਾ ਨਹੀਂ ਹੈਗਾ। ਆਪਾਂ ਨੂੰ, ਮੈਨੂੰ ਤੇ ਬੜਾ ਸਾਫ਼ ਆ ਕਿ ਇੱਕ ਸਾਡੀ ਜਮਾਤ ਅਸੀਂ ਇਹੋ ਜਿਹੀ ਪੈਦਾ ਕਰ ਲਈ ਆ। ਹੁਣੇ ADR ਦੀ ਰਿਪੋਰਟ ਆਈ ਆ, ਨੈਸ਼ਨਲ ਲੈਵਲ ਤੇ ਡਿਸਕਸ ਹੋਈ ਆ, 40% ਤੋਂ ਵੱਧ ਕ੍ਰਿਮੀਨਲ ਬੰਦੇ ਉੱਥੇ ਬੈਠੇ ਆ ਜਿਨ੍ਹਾਂ ਦੇ ਕ੍ਰਿਮੀਨਲ ਕੇਸ ਆ, ਔਰ 25% ਦੇ ਉੱਤੇ ਬਹੁਤ ਸੀਰੀਅਸ ਕ੍ਰਿਮੀਨਲ ਕੇਸ ਹੈਗੇ ਆ। ਔਰ ਔਸਤਨ ਜਿਹੜੀ ਆਮਦਨ ਆ ਇੱਕ MP ਦੀ, ਭਾਵੇਂ ਰਾਜ ਸਭਾ ਦਾ ਭਾਵੇਂ ਲੋਕ ਸਭਾ ਦਾ, 38 ਕਰੋੜ ਆ। ਕਿੰਨਾ ਲੋਕਾਂ ਦਾ ਰਾਜ ਆ? ਕੀ ਹਮਾ ਤੁਮਾ ਸਿਆਣਾ ਬੰਦਾ ਜਿਹੜਾ ਸੱਚੀ ਮੁੱਚੀ ਦੇਸ਼ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ 'ਚ ਵੜ ਕੇ ਕੋਈ ਸੇਵਾ ਕਰਨੀ ਚਾਹੁੰਦਾ, ਦੇਸ਼ ਦਾ ਵਿਕਾਸ ਕਰਨਾ ਚਾਹੁੰਦਾ, ਕੋਈ ਵਿਜ਼ਨ ਦੇਣਾ ਚਾਹੁੰਦਾ, ਨਵੇਂ ਰਸਤੇ ਲਿਆਉਣੇ ਇੱਥੇ ਪੈਦਾ, ਮਤਲਬ ਨਵੇਂ ਸਾਧਨ ਪੈਦਾ ਕਰਕੇ ਨਵੇਂ ਰਸਤਿਆਂ ਤੇ ਦੇਸ਼ ਨੂੰ ਲਿਜਾਣਾ ਚਾਹੁੰਦਾ, ਕੋਈ ਹੈ? ਕੋਈ ਕਿਸੇ ਦਾ ਕੋਈ ਮਕਸਦ ਨਹੀਂ ਹੈ ਉੱਥੇ। ਆਪਣਾ ਹਲਿਆ ਹਲਿਆ ਲਾਲਾ ਲਾਲਾ ਹੋਊਗੀ, ਕੋਈ ਬਾਈਕਾਟ ਹੋਣਗੇ, ਨਾਅਰੇਬਾਜ਼ੀ ਹੋਊਗੀ, ਕਾਗਜ਼ ਪਾੜੇ ਜਾਣਗੇ, ਬਸ 5 ਦਿਨ ਲੰਘ ਜਾਣਗੇ, ਗਾਂਧੀ ਦੇ ਬੁੱਤ ਦੇ ਬਾਹਰ ਫੋਟੋਆਂ ਖਿਚਾਈਆਂ ਜਾਣਗੀਆਂ, ਸੈਸ਼ਨ ਪੂਰੇ ਹੋ ਜਾਣਗੇ। ਮੈਨੂੰ ਇਹ ਦੱਸੋ ਕਿ ਸੈਮੀਨਾਰ ਜੇ ਕਰਨਾ ਹੀ ਆ ਇਹਨਾਂ ਨੇ 75ਵਾਂ ਦਾ, ਉਹ ਅਲੱਗ ਸੈਮੀਨਾਰ ਕਰ ਲੈਣ। ਪਾਰਲੀਮੈਂਟ ਸੈਮੀਨਾਰ ਲਈ ਨਹੀਂ ਹੁੰਦੀ ਹੈ ਸੰਜੀਵ ਜਸ ਖੰਨਾ ਜੀ। ਇਹ ਸੈਮੀਨਾਰ ਦਾ ਮਾਮਲਾ ਕਿ ਸਾਡਾ ਇਤਿਹਾਸ ਕੀ ਰਿਹਾ, ਫਲਾਨਾ ਕੀ ਰਿਹਾ, ਟਮਕਾਣਾ ਕੀ ਰਿਹਾ, ਸਿਲੈਕਟਿਵਲੀ ਕਰਨਗੇ। ਜੇ ਕੰਪਰੀਹੈਂਸਿਵਲੀ ਕਰਨ ਤੇ ਸਾਰਾ ਕੁਝ ਕਰਨਾ ਪਊਗਾ ਕਿ IIT ਕਿਹਨੇ ਬਣਾਏ, IIM ਕਿਹਨੇ ਬਣਾਏ, ISRO ਕਿਹਨੇ ਬਣਾਇਆ, ਜਿਹਦੀਆਂ ਤਾੜੀਆਂ ਹੁਣ ਵੱਜ ਰਹੀਆਂ ਕਿਹਨੇ ਸ਼ੁਰੂ ਕੀਤਾ, ਪਬਲਿਕ ਸੈਕਟਰ ਕਿਹਨੇ ਸ਼ੁਰੂ ਕੀਤਾ ਤੇ ਕੌਣ ਖਤਮ ਕਰ ਰਿਹਾ। ਇਮਾਨਦਾਰੀ ਨਾਲ ਕਰਨ, ਜੇ ਕਰਨਾ ਤੇ ਨਹੀਂ ਕਰਨਗੇ ਇਮਾਨਦਾਰੀ ਨਾਲ, ਇੱਕ ਪਰਿਵਾਰਵਾਦ ਕਰਕੇ ਉਹਨਾਂ ਨੂੰ ਨਿਗੇਟ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਆਪਣਾ ਕਮਲ ਨੂੰ ਸੈਂਟਰ 'ਚ ਰੱਖ ਕੇ ਥੋੜੀ ਜਿਹੀ ਹਵਾ ਤੇ ਉਹਨੂੰ ਪਾਣੀ ਦਿੱਤਾ ਜਾਊਗਾ। ਇਸ ਕਿਸਮ ਦਾ ਜਦੋਂ ਪੱਖਪਾਤੀ ਤੁਹਾਨੂੰ ਪਹਿਲਾਂ ਹੀ ਅੰਦਾਜ਼ਾ ਹੋਵੇ ਕਿ ਉੱਥੇ ਬਹਿਸ ਹੋਊਗੀ ਤੇ ਉਹਦਾ ਨਤੀਜਾ ਕੀ ਨਿਕਲਣਾ। ਮੈਂ ਤੁਹਾਨੂੰ ਛੋਟੇ ਅੰਕੜਿਆ, ਹੁਣੇ G20 ਹੋ ਕੇ ਹਟਿਆ ਜੀ, ਪਿਛਲੇ 50 ਸਾਲਾਂ ਦੀ ਆ ਹਿੰਦੂ ਪੇਪਰ, ਰਿਸਪੈਕਟਡ ਪੇਪਰ ਆ, ਉਹਨਾਂ ਨੇ ਅੰਕੜੇ ਦਿੱਤੇ ਆ ਕਿ 1970 'ਚ ਅਸੀਂ ਥੱਲੇ ਸੀਗੇ, ਜਿਹੜੇ 19 ਕੰਟਰੀ ਆ ਨਾ, ਅਸੀਂ 18ਵੇਂ ਨੰਬਰ ਤੇ ਸੀ, ਸਾਡੇ ਤੋਂ ਥੱਲੇ ਇੰਡੋਨੇਸ਼ੀਆ ਸੀ ਜੀ। 1922 ਤੱਕ ਆਉਂਦਿਆਂ ਅਸੀਂ 19 ਦੇ 19 ਕੰਟਰੀ ਤੇ 20ਵਾਂ ਜਿਹੜਾ ਯੂਰਪ ਹੈਗਾ ਉੱਥੇ 20 ਹੈ ਨਾ G20, ਉਹਨਾਂ 'ਚ ਅਸੀਂ ਸਭ ਤੋਂ ਥੱਲੇ ਆ। ਸਾਡੀ ਜਿਹੜੀ ਪਰ ਕੈਪੀਟਾ GDP ਦੇ ਵਿੱਚ 50 ਸਾਲਾਂ 'ਚ ਕਿਹੜਾ ਅਸੀਂ ਕੀ ਖੋਲਿਆ ਜੀ? ਕੀ ਅਸੀਂ ਬਹੁਤ ਵੱਡਾ ਕਰ ਦਿੱਤਾ ਕੰਮ? ਇਸ ਲਈ ਇਹ ਸੋਚਣ ਵਾਲੀਆਂ ਗੱਲਾਂ ਕਿ ਅਸੀਂ, ਇੰਡੋਨੇਸ਼ੀਆ ਵਰਗਾ ਕੰਟਰੀ ਵੀ ਸਾਡੇ ਤੋਂ ਅੱਗੇ ਚਲੇ ਗਿਆ। ਚਾਈਨਾ ਨਾਲ ਤੇ ਸਾਡਾ ਮੁਕਾਬਲਾ ਹੋਣਾ ਹੀ ਕੀ ਹੈ। ਚਾਈਨਾ ਸਾਡੇ ਨਾਲੋਂ ਐਵਰੇਜ ਪਰ ਕੈਪੀਟਾ ਜਿਹੜੀ GDP ਹੈਗੀ ਆ 5 ਗੁਣਾ ਅੱਗੇ ਚਲਾ ਗਿਆ,
ਔਰ ਇਹ ਸਾਡੇ ਬਿਲਕੁਲ ਨਾਲ ਸੀ ਚਾਈਨਾ ਔਰ ਇੰਡੀਆ ਬਿਲਕੁਲ ਬਰਾਬਰ ਸੀ, ਯਾਨੀ ਇੱਕੋ ਹੀ ਲਾਈਨ ਤੇ ਸੀ। ਉਹ ਸਾਡੇ ਨਾਲ 5 ਗੁਣਾ ਅੱਗੇ ਕਿਉਂ ਚਲਾ ਗਿਆ? ਕਿਉਂਕਿ ਅਸੀਂ ਹੈਗੇ ਆ ਖਤਿੱਤੀ, ਗਾਲੜੀ, ਗੱਪੀ, ਫਰੇਬੀ, ਝੂਠੇ, ਗੁੰਡਾਗਰਦੀ, ਹੇਰਾਫੇਰੀ, ਇਹਨਾਂ ਤੋਂ ਬਾਹਰ ਬਾਜ ਆਉਂਦੇ ਹੀ ਨਹੀਂ ਅਸੀਂ। ਮੈਨੂੰ ਦੱਸ ਦਿਓ ਜੇ ਨਹੀਂ ਹੈਗਾ ਤੇ। ਜਿਹੜਾ ਪੋਲੀਟੀਸ਼ੀਅਨ ਇਹ ਸਾਰੀਆਂ ਜਿਹੜੀਆਂ ਮੈਂ ਗੱਲਾਂ ਕਹੀਆਂ ਕੁਆਲੀਫਾਈ ਨਹੀਂ ਕਰਦਾ, ਨਾ ਤੇ ਜਨਤਾ ਉਹਨਾਂ ਨੂੰ ਪੋਲੀਟੀਸ਼ੀਅਨ ਮੰਨੇ ਤੇ ਨਾ ਪੋਲੀਟੀਕਲ ਜਮਾਤ ਨੇ ਤੇ ਉਹਨਾਂ ਨੂੰ ਕੀ ਮੰਨਣਾ? ਉਹਨੂੰ ਕਹਿੰਦੇ ਇਹਨੂੰ ਪਰਾਂ ਕਰੋ ਯਾਰ, ਇਹ ਸਾਨੂੰ ਵੀ ਮਰਵਾਊਗਾ। ਕਿਉਂਕਿ ਕਬਜ਼ਾ ਇੱਕ ਇਹੋ ਜਿਹੇ ਮਾਫੀਆ ਨੁਮਾ ਲੋਕਾਂ ਦਾ ਹੋ ਚੁੱਕਾ, ਉਹਦੇ ਚ ਕੋਈ ਵਿਕਾਸ ਦੀ ਗੱਲ ਨਹੀਂ। ਫਿਰ HDI ਹੈਗੀ ਆ, ਹਿਊਮਨ ਡਿਵੈਲਪਮੈਂਟ ਇੰਡੈਕਸ, 1990 ਤੋਂ ਲੈ ਕੇ ਉਹਨਾਂ ਨੇ 2021 ਤੱਕ ਦਾ ਕੱਢਿਆ। ਇੰਡੀਆ 1990 ਚ ਵੀ ਸਭ ਤੋਂ ਥੱਲੇ ਸੀਗਾ ਹਿਊਮਨ ਡਿਵੈਲਪਮੈਂਟ ਦੇ ਵਿੱਚ, ਸਾਡਾ ਮਨੁੱਖੀ ਵਿਕਾਸ ਦੇ ਵਿੱਚ। ਤੇ ਸਾਡੇ ਤੋਂ ਉੱਪਰ ਸਾਊਥ ਅਫਰੀਕਾ, ਹੋਰ ਇੰਡੋਨੇਸ਼ੀਆ, ਸਾਰੇ ਫਾਰ ਅਹੈਡ ਚਲੇ ਗਏ, ਉੱਪਰ ਹੀ ਨਹੀਂ ਚਲੇ ਗਏ। ਅਸੀਂ ਫਿਰ ਥੱਲੇ ਦੇ ਥੱਲੇ ਆ 21 ਦੇ ਵਿੱਚ ਮਨੁੱਖੀ ਵਿਕਾਸ ਦੇ। ਜਦੋਂ ਧਰਾਤਲ ਤੇ ਅਸੀਂ ਦੇਖਦੇ ਹਾਂ ਔਰਤਾਂ ਦੀ ਪਾਰਲੀਮੈਂਟ ਦੇ ਵਿੱਚ ਪਾਰਟਿਸਿਪੇਸ਼ਨ ਲਈ, ਜਾਪਾਨ ਤੇ 1-2 ਜਿਹੜੇ ਮੁਸਲਿਮ ਕੰਟਰੀਆਂ ਨੂੰ ਛੱਡ ਕੇ ਅਸੀਂ ਫਿਰ ਥੱਲੇ ਹੀ ਹੈ। ਫਿਰ ਇਸੇ ਤਰੀਕੇ ਨਾਲ ਉਹਨਾਂ ਨੇ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਦਾ ਅੰਕੜੇ ਕੱਢੇ ਆ। ਹੁਣ ਮੈਂ G20 ਦੀ ਗੱਲ ਕਰ ਰਿਹਾ, ਜਿਹਦੀ ਇੰਨੀ ਹਵਾ ਬਣਾਈ ਗਈ ਆ, ਵੱਡਾ ਕਾਰੀਡੋਰ ਬਣੂਗਾ ਜੀ, ਅਸੀਂ ਸਾਊਥ ਅਫਰੀਕਾ ਨੂੰ ਲੈਂਦੇ। ਸਾਊਥ ਅਫਰੀਕਾ ਵੀ ਸਾਡੇ ਨਾਲੋਂ ਫਾਰ ਅਹੈਡ ਤੁਰਿਆ ਜਾ ਰਿਹਾ। ਲੇਬਰ ਫੋਰਸ ਪਾਰਟਿਸਿਪੇਸ਼ਨ ਦੇ ਉੱਤੇ ਵੀ ਅਸੀਂ ਬਿਲਕੁਲ ਧਰਾਤਲ ਤੇ ਸਭ ਤੋਂ ਥੱਲੇ ਹੈਗੇ ਆ। ਇਹ ਤੇ ਸਾਡੀ ਹਾਲਤ ਹੈ। ਅੱਧੀ ਲੇਬਰ ਫੋਰਸ ਸਾਡੀ ਉਂਝ ਹੀ ਤੁਰੀ ਫਿਰਦੀ ਆ, 50% ਤੋਂ ਥੱਲੇ ਦੀ ਸਾਡੀ ਇੰਪਲਾਇਮੈਂਟ ਹੈਗੀ ਆ। ਕੀ ਤੁਸੀਂ ਦੇਸ਼ ਦਾ ਵਿਕਾਸ ਕੀਤਾ? ਕਰੋ ਤਾਂ ਗੱਲਾਂ ਇਹਨਾਂ ਤੇ ਜੇ ਕਰਨੀਆਂ। 75 ਸਾਲਾਂ ਚ ਕਿਹਨੇ ਇੱਥੇ ਸਾਨੂੰ ਡੋਬਿਆ ਤੇ ਕਿਹਨੇ ਸਾਨੂੰ ਤਾਰਿਆ? ਕੋਈ ਗੱਲ ਨਹੀਂ ਹੋਊਗੀ, ਸਵਾਏ ਉੱਥੇ ਗੁੰਡਾਗਰਦੀ ਹੋਣ ਤੋਂ, ਸਵਾਏ ਇੱਕ ਦੂਜੇ ਦੀਆਂ ਤਾਨਾ ਮਿਹਣਾ ਤੋਂ, ਨਾਅਰੇਬਾਜ਼ੀ ਤੋਂ। ਇੱਕ ਰਿਵਾਜ ਪੈ ਗਿਆ ਪਾਰਲੀਮੈਂਟ ਨੂੰ ਪੁਰਾਣੀ ਬਿਲਡਿੰਗ ਨੂੰ ਹੀ ਜਿੰਦਰਾ ਲਾ ਦੇਣਾ ਚਾਹੀਦਾ ਸੀ, ਨਵੀਂ ਬਣਾਉਣ ਦੀ ਲੋੜ ਕੀ ਸੀਗੀ? ਜਦ ਕੰਮ ਹੀ ਨਹੀਂ ਕਰਨਾ ਕੁਝ, ਤੁਸੀਂ ਉੱਥੇ ਮੋਟੇ ਪੈਸੇ ਖਾਣੇ ਆ, ਕੋਠੀਆਂ, ਕੁਆਟਰ, ਸਾਰਾ ਕੁਝ ਮਿਲਿਆ। ਕੰਟੀਨ ਦੇ ਵਿੱਚ ਤੁਹਾਨੂੰ ਸਸਤੇ ਮੁਰਗੇ ਮਿਲਦੇ, ਜਿਹੜਾ ਬਾਹਰ ਨਾਲੋਂ 10% ਰੇਟ ਤੇ 15% ਰੇਟ ਤੇ ਤੁਹਾਨੂੰ ਉੱਥੇ ਖਾਣ ਪੀਣ ਨੂੰ ਮਿਲਦਾ ਮੁਫਤ ਦਾ। ਤੁਸੀਂ ਤੇ ਹੋਏ ਚੌੜੇ, ਇੱਕ ਵਾਰੀ ਉੱਥੇ ਪਹੁੰਚਣ ਦੀ ਲੋੜ ਆ, ਬਸ ਫੇਰ ਕੀ ਆ, ਫਿਰ ਤੁਹਾਡੀ ਪੈਨਸ਼ਨ ਵੀ ਆ, ਸਾਰਾ ਕੁਝ। ਇਹ ਬਹੁਤ ਧਰੋਹ ਹੈ, ਆਪਣੇ ਅਸਲ ਵਿੱਚ ਦੇਸ਼ ਧਰੋਈਏ ਸਾਡੀ ਜਮਾਤ ਹੈਗੀ ਆ। ਲੋਕ ਤੇ ਵਿਚਾਰੇ ਦਿਨ ਰਾਤ ਮਰਦੇ ਕੰਮ ਕਰੀ ਤੁਰੇ ਜਾਂਦੇ ਆ। ਇਸ ਲਈ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਕਿ ਕਮਲ ਦਾ ਲਾ ਦੇਣਗੇ, ਆ ਹੋ ਜਾਊਗਾ, ਉਹਦੇ ਲੱਗਣ ਨਾਲ ਕੁਝ ਨਹੀਂ ਹੋਣਾ। ਕੀ ਤੁਹਾਡੇ ਕੋਲ ਜੁਰਤ ਤੇ ਸਾਧਨ ਤੇ ਕਿ ਸੋਚ ਕੁਝ ਹੈ ਦੇਸ਼ ਦੇ ਵਿਕਾਸ ਲਈ? ਉਧਰ ਨੂੰ ਤਾਂ ਕੋਈ ਨਹੀਂ ਸੋਚਦਾ। ਹੁਣ ਤੁਹਾਡੇ INDIA ਵੀ ਆ ਲਓ, ਇਹ ਵੀ ਜੇ ਆ ਵੀ ਜਾਂਦੇ ਸੱਤਾ 'ਚ, ਇੱਕ ਚੀਜ਼ ਦਾ ਫਰਕ ਪੈ ਜਾਊਗਾ ਕਿ ਸੰਵਿਧਾਨ ਤੇ ਜਿਹੜਾ ਇਮੀਡੀਏਟ ਖਤਰਾ ਆ ਉਹ ਬੰਦ ਹੋ ਜਾਊਗਾ। ਇਹ ਵੀ ਹੋ ਜਾਊਗਾ ਕਿ ਚਲੋ ਜਿਹੜਾ ਬਹੁਤ ਹੀ ਫਾਸਿਸਟ ਆਈਡੀਆ, ਜਿਹੜੇ ਬਜਰੰਗ ਦਲ, ਇਹ ਗਊ ਰਕਸ਼ਕ ਦੇ ਨਾਂ ਦੇ ਉੱਤੇ ਇੱਕ ਘੱਟ ਗਿਣਤੀਆਂ ਦੇ ਉੱਤੇ ਰੋਜ਼ ਤਸ਼ੱਦਦ ਹੁੰਦਾ, ਔਰ ਇੱਕ ਬਹੁਤ ਹੀ ਭੈ ਤੇ ਡਰ ਦੇ ਵਿੱਚ ਜੀਵਨ ਜੀ ਰਿਹਾ, ਉਹਦੇ ਤੋਂ ਥੋੜੀ ਰਾਹਤ ਹੋ ਜੀ। ਬਾਕੀ ਵਿਕਾਸ ਇਹਨਾਂ ਨਹੀਂ ਕਰਨਾ। ਇਹਨਾਂ ਕੋਲ ਵੀ ਸੱਤਾ ਸੀਗੀ, ਇਹ ਇਹਨਾਂ ਦੇ ਵਿੱਚ ਕਿਤੇ ਘੱਟ ਹੋ ਜੇ 10 ਨੰਬਰ ਜੇ ਹੈਗੇ ਆ। ਬਹੁਤ ਉਸ ਕਿਸਮ ਦਾ ਸਾਡਾ ਬਣ ਗਿਆ। ਇਹ ਅੰਕੜਿਆਂ ਦੀ ਗੱਲ ਆ, ਮੈਂ ADR ਦੇ ਅੰਕੜਿਆਂ ਦੀ ਗੱਲ ਕਰਦਾ। ਉਹ ਚ TMC ਦੇ ਵੀ ਹੈਗੇ ਆ, ਕਾਂਗਰਸ ਦੇ ਵੀ ਹੈਗੇ, ਘੱਟ ਹੈਗੇ ਆ, ਪਰ ਸਭ ਤੋਂ ਫਾਰ ਅਹੈਡ BJP ਦੇ ਵਿੱਚ ਉਹੋ ਜਿਹੇ ਬੰਦੇ ਬੈਠ ਕੇ ਜਾ ਕੇ ਜਿਨ੍ਹਾਂ ਦਾ ਰਿਕਾਰਡ, ਟਰੈਕ ਰਿਕਾਰਡ ਜਿਹੜਾ ਆ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇੱਥੇ ਟਰੈਕ ਰਿਕਾਰਡ ਡੈਮੋਕ੍ਰੇਸੀ ਦਾ ਕੀਤਾ ਜਾਊ, ਪਹਿਲਾਂ ਆਪਣੇ ਬੰਦਿਆਂ ਦਾ ਟਰੈਕ ਰਿਕਾਰਡ ਉੱਥੇ ਡਿਸਕਸ ਕਰ ਲੈਣ ਵੀ ਕਿਹਦੇ ਚ ਕਿੰਨੇ 10 ਨੰਬਰੀਏ ਜਾਂ ਅਸੀਂ ਗੁੰਡੇ ਭਰਤੀ ਕੀਤੇ ਹੋਏ ਆ ਉੱਥੇ। ਤੁਸੀਂ ਆ ਹੁਣੇ ਜਿਹੜੀਆਂ ਰੈਸਲਰ ਬੀਬੀਆਂ ਸੀਗੀਆਂ, ਉਹਨਾਂ ਦਾ ਕੀ ਨਿਕਲਿਆ? ਕਿਸੇ ਨੇ ਸੁਣੀ ਉਹਨਾਂ ਦੀ? ਕੌਣ ਆ ਬੰਦਾ? ਕਿੱਥੇ ਆ? ਦੁਬਾਰਾ ਆਊਗਾ ਪਾਰਲੀਮੈਂਟ 'ਚ? ਇਹ ਆ ਹਾਲਤ ਸਾਡੀ। ਜੇ ਸਾਡੀ ਰਾਜਨੀਤੀ ਦੀ ਹਾਲਤ ਇਹ ਹੋਊਗੀ ਤੇ ਵਰਦੀਆਂ ਬਦਲ ਲੈਣ, ਬਿਲਡਿੰਗਾਂ ਬਦਲ ਲੈਣ, ਉਹਦਾ ਕੀ ਨਿਕਲੂਗਾ ਸੰਜੀਵ ਜੀ? ਜੀ ਮਨਜੀਤ ਜੀ, ਬੜੀ ਤੁਸੀਂ ਜੋ ਇਮੋਸ਼ਨਲ ਸਾਰੀ ਸਟੋਰੀ ਸੁਣਾਈ, ਵਾਕਈ ਹੀ ਜੋ ਵੀ ਇਸ ਪ੍ਰੋਗਰਾਮ ਨੂੰ ਦੇਖਣਗੇ ਸੋਚਣ ਲਈ ਮਜਬੂਰ ਹੋਣਗੇ ਕਿ ਸਾਨੂੰ ਅਸਲ ਵਿੱਚ ਕਰਨਾ ਕੀ ਚਾਹੀਦਾ ਤੇ ਅਸੀਂ ਅਸਲ ਵਿੱਚ ਕਰਦੇ ਕੀ ਪਏ ਹਾਂ। ਇਹ ਬਹੁਤ ਹੀ ਜਿਹਨੂੰ ਕਹਿੰਦੇ ਆ ਡੂੰਘੀ ਸੋਚ ਦਾ ਵਿਸ਼ਾ ਬਣ ਚੁੱਕਾ ਹੈ। ਇੱਕ ਸੋਚ ਹੋਰ ਵੀ ਇਹਦੇ ਚੱਲਦੀ ਪਈ ਹੈ ਕਿ ਭਾਰਤ ਦਾ ਨਾਂ, ਇੰਡੀਆ ਦਾ ਨਾਂ, ਇਹ ਦੋਵਾਂ 'ਚ ਹਿੰਦੁਸਤਾਨ ਦਾ ਨਾਂ, ਮਤਲਬ ਕਿੰਨੇ ਹੀ ਨਾਂ ਨੇ। ਪੁਰਾਣੇ ਸਮੇਂ ਦੇ ਵਿੱਚ ਤਾਂ ਇਹਨੂੰ ਜੰਬੂਦੀਪ ਵੀ ਕਹਿੰਦੇ ਸੀ, ਆਰਿਆਵਰਤ ਵੀ ਕਹਿੰਦੇ ਸੀ, ਕਿੰਨੇ ਹੀ ਨਾਂ ਨੇ। ਇਹ ਹੁਣ ਜਿਹੜਾ ਨਵਾਂ ਸਿਲਸਿਲਾ ਚੱਲਦਾ ਪਿਆ ਕਿ ਇੰਡੀਆ ਨੂੰ ਹਟਾ ਕੇ ਨਾਮ ਕਰ ਦਿੱਤਾ ਜਾਵੇ ਭਾਰਤ ਸਾਡੇ ਦੇਸ਼ ਦਾ,
ਇਹ ਜਿਹੜੀ ਮੂਵਮੈਂਟ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਐਨਾਲਾਈਜ਼ ਕਿੱਦਾਂ ਕਰਦੇ ਹੋ ਮਨਜੀਤ ਜੀ? ਦੇਖੋ, ਮੋਦੀ ਜੀ ਆਪਣਾ ਜਲੂਸ ਕਢਾ ਰਹੇ ਇਸ ਮੁੱਦੇ ਦੇ ਉੱਤੇ, ਠੀਕ ਹੈ। ਉਹ ਚਾਹੁੰਦੇ ਆ ਕਿ ਮੈਂ ਭਾਰਤ ਦੇ ਇਤਿਹਾਸ ਦੇ ਉੱਤੇ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ, ਨਵੀਂ ਪਾਰਲੀਮੈਂਟ ਮੋਦੀ ਦੇ ਨਾਂ ਨਾਲ ਜਾਊਗੀ। ਮੈਨੂੰ ਤਾਂ ਲੱਗਦਾ ਇੱਕ ਬੁੱਤ ਵੀ ਬਾਹਰ ਬਣਾ ਦੇਣਾ ਚਾਹੀਦਾ, ਉਹ ਗਾਂਧੀ ਜੀ ਦੀ ਜਗ੍ਹਾ ਮੋਦੀ ਦੇ ਬੁੱਤ ਥੱਲੇ ਜਾ ਕੇ ਪ੍ਰੋਟੈਸਟ ਹੋ ਜਾ ਕਰਨਗੇ। ਇਹੋ ਜਿਹੇ ਉਹਨਾਂ ਦੇ ਨਾ ਸੁਪਨੇ ਹੈਗੇ, ਇਹ ਬੜੇ ਬਚਗਾਨਾ ਗੱਲਾਂ ਹੈਗੀਆਂ। ਤੁਸੀਂ ਕੀਤਾ ਕਿ ਪ੍ਰੈਜ਼ੀਡੈਂਟ ਆਫ ਭਾਰਤ ਅਸੀਂ ਜਿੰਨੇ ਵੀ ਜਿਹੜੇ ਆਮ ਵਾਸੀ ਆ, ਜਦੋਂ ਅਸੀਂ ਭਾਸ਼ਣ ਦਿੰਦੇ ਆ, ਲਿਖਦੇ ਆ ਪੰਜਾਬੀ ਚ, ਹਿੰਦੀ ਚ, ਅਸੀਂ ਇੰਡੀਆ ਲਿਖਦੇ ਆ? ਬਿਲਕੁਲ ਨਹੀਂ ਲਿਖਦੇ। ਬੋਲਣ ਚ ਵੀ ਲਿਖਣ ਚ ਵੀ ਅਸੀਂ ਭਾਰਤ ਹੀ ਕਹਿੰਦੇ ਆ। ਪਰ ਜਦੋਂ, ਕਿਉਂਕਿ ਸਾਡਾ ਕਨਸਟੀਟਿਊਸ਼ਨ ਅੰਗਰੇਜ਼ੀ ਦੇ ਵਿੱਚ ਪਾਸ ਹੋਇਆ, ਉਦੋਂ ਇਹ ਮੱਚ ਲੇਟਰ ਹਿੰਦੀ ਚ ਟਰਾਂਸਲੇਟ ਹੋ ਕੇ ਤੇ ਰਾਸ਼ਟਰਪਤੀ ਨੇ ਦਸਤਖਤ ਕੀਤੇ ਆ, ਤੇ ਉਦੋਂ ਇੰਡੀਆ ਹੀ ਹੈ। ਉਹਦਾ ਜਿਹੜਾ ਪਹਿਲਾ ਕਲੌਜ਼ ਹੈ ਉਹਦੇ ਚ ਸਾਫ਼-ਸਾਫ਼ ਲਿਖਿਆ ਇੰਡੀਆ ਜਾਣੀ ਕਿ ਭਾਰਤ। ਇੰਜ ਨਹੀਂ ਲਿਖਿਆ ਭਾਰਤ ਜਾਣੀ ਕਿ ਇੰਡੀਆ, ਇੰਜ ਥੋੜੀ ਲਿਖਿਆ ਇੰਡੀਆ ਜਾਣੀ ਕਿ। ਕਿ ਲੋਕਾਂ ਨੂੰ ਇਹ ਨਾ ਭੁਲੇਖਾ ਰਹੇ, ਸਾਡੇ ਦੋ ਨਾਂ ਆ। ਇੱਕ ਆਮ ਬੋਲਚਾਲੀ ਦਾ ਨਾਂ ਹੈਗਾ, ਜਿੱਥੇ ਅਸੀਂ ਵਰਨੈਕੂਲਰ ਭਾਸ਼ਾ, ਜਿਹੜੀਆਂ ਸਾਡੀਆਂ ਦੇਸ਼ੀ ਭਾਸ਼ਾ, ਉਹਦੇ ਵਿੱਚ ਅਸੀਂ ਉਹਨਾਂ ਨੂੰ ਇੰਜ ਪੁਕਾਰਦੇ ਆ, ਨਾਂ ਲੈਂਦੇ ਆ। ਪਰ ਜਦੋਂ ਤੁਸੀਂ ਅੰਗਰੇਜ਼ੀ ਚ ਸਾਰਾ ਕੁਝ ਕਰਦੇ ਆ, ਹੁਣ ਤੁਸੀਂ ਇਹ ਕਿੱਡਾ ਜਲੂਸ ਕੱਢਣ ਵਾਲੀ ਗੱਲ ਆ। ਸੰਜੀਵ ਜੀ ਲਿਖਿਆ ਪ੍ਰੈਜ਼ੀਡੈਂਟ ਆਫ ਭਾਰਤ, ਇੱਕ ਤੁਕ ਬਣੀ ਹੈ। ਅੱਧਾ ਤੁਸੀਂ ਅੰਗਰੇਜ਼ੀ ਕਰ ਦਿੱਤੀ, ਅੱਧੀ ਤੁਸੀਂ ਪੰਜਾਬੀ ਹਿੰਦੀ ਵਰਨੈਕੂਲਰ ਲੈਂਗੁਏਜ ਕਰਤੀ। ਇਹ ਕਿਹੜੀ ਅਕਲ ਦਾ ਮਤਲਬ? ਇਹਦਾ ਮਤਲਬ ਇਹ ਹੈ, ਮੈਂ ਤੇ ਇਹ ਸਮਝਦਾ INDIA ਨੇ ਇੱਕ ਸ਼ਰਾਰਤ ਕੀਤੀ। ਸ਼ਰਾਰਤ ਉਹਨਾਂ ਦੀ ਇਹ ਸੀ ਕਿ ਇਹੋ ਜਿਹਾ ਨਾਂ ਰੱਖੋ ਭੰਨ ਤੋੜ ਕੇ, ਜਿਹੜਾ ਉਹਨਾਂ ਨੂੰ ਨਾਂ ਫੁੱਲ ਆਪਣਾ ਆਪ ਨਹੀਂ ਲੈਣਾ ਆਉਂਦਾ। ਬਹੁਤ ਹੀ ਕਿਤੇ 5% ਲੋਕ ਹੋਣਗੇ ਜਿਹੜਾ ਠੀਕ ਨਾਂ ਲੈ ਲੈਣਗੇ। ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ, ਮੈਂ ਤੇ ਬਹੁਤ ਪੱਕਾ ਕਰਕੇ ਮੈਨੂੰ ਯਾਦ ਹੋਇਆ, ਮੈਨੂੰ ਖੁਦ ਨਹੀਂ ਸੀ ਯਾਦ ਹੁੰਦਾ। ਹੁਣ ਇਹ ਜਿਹੜਾ ਇਹ ਉਹਨਾਂ ਨੇ ਭੰਨ ਤੋੜ ਕੇ INDIA ਬਣਾਉਣਾ ਸੀਗਾ, ਐਬਰੀਵੇਸ਼ਨ ਇਹ ਬਣਾਉਣਾ ਸੀ, ਬਣਾ ਲਿਆ। ਇਹ ਉਹਨਾਂ ਦੇ ਟ੍ਰੈਪ ਚ ਆ ਗਏ ਆ। ਉਹਨਾਂ ਨੇ ਅੱਗੇ ਅੱਗੇ ਲਾਉਣਾ ਸੀ, ਅੱਗੇ ਅੱਗੇ ਭੱਜ ਪਏ ਆ। ਦੱਸੋ ਇਹਦੇ ਚ ਕਿਹੜੀ ਗੱਲ ਆ, ਕਿਹੜੀ ਸਿਆਣਪ ਵਾਲੀ ਗੱਲ ਆ? ਤੁਸੀਂ ਕਹੋ ਓਏ, ਤੁਸੀਂ ਆਏ ਇੰਡੀਆ ਦਾ ਨਾਂ ਰੱਖ ਕੇ ਤੁਸੀਂ ਇੰਡੀਆ ਬਣ ਜਾਓਗੇ, ਇੰਡੀਆ ਬਹੁਤ ਮਹਾਨ ਆ, ਫਲਾਨਾ ਟਮਕਾਣਾ। ਤੁਹਾਨੂੰ ਇੰਜ ਮੁਕਾਬਲਾ BJP ਨੂੰ ਕਰਨਾ ਚਾਹੀਦਾ। ਤੁਸੀਂ ਤੇ ਮੈਦਾਨ ਹੀ ਛੱਡ ਕੇ ਭੱਜ ਗਏ। ਉਹ ਕਹਿੰਦੇ ਇੰਡੀਆ ਵਰਸਸ ਮੋਦੀ, ਇੰਡੀਆ ਵਰਸਸ ਇਹ ਹੋਊਗਾ BJP ਜਾਂ NDA। ਹੁਣ ਉਸ ਕਰਕੇ ਡਰ ਦੇ ਮਾਰੇ ਜਗ੍ਹਾ ਜਗ੍ਹਾ ਭਾਰਤ ਇੰਜ ਲਿਖਣ ਨਾਲ ਨਹੀਂ ਹੋ ਜਾਊਗਾ। ਦੇਸ਼ ਦੇ ਵਿੱਚ ਤੇ ਸਾਰਾ ਦੇਸ਼ ਤੇ ਦੁਨੀਆ ਤੁਹਾਨੂੰ ਇੱਕੋ ਹੀ ਬ੍ਰਾਂਡ ਨੇਮ ਨਾਲ ਜਾਣਦੀ ਆ। ਇਹ ਕੋਈ ਟਵਿੱਟਰ ਨਹੀਂ ਆ ਕਿ ਕੱਟ ਕੇ ਤੇ ਤੁਸੀਂ X ਲਿਖ ਦੋਗੇ। ਇਹ ਤੁਹਾਡੇ ਦੇਸ਼ ਦਾ ਮਾਮਲਾ ਹੈ, ਇੰਡੀਵਿਜੂਅਲ ਕੰਪਨੀ ਦਾ ਮਾਮਲਾ ਨਹੀਂ ਹੈਗਾ। ਕਿ ਇਸ ਲਈ ਇਹ ਜਿਹੜੀ ਜਿਸ ਪਾਸੇ ਨੂੰ ਚੱਲੇ ਆ, ਉਹ ਆਪਣੇ ਡਰ ਤੇ ਇੱਕ ਇਨਸਿਕਿਉਰਿਟੀ, ਅਸੁਰੱਖਿਅਤਾ ਤੋਂ ਇਸ ਤਰੀਕੇ ਦੇ ਸਟਾਂਸ ਲੈ ਰਹੇ ਆ, ਨਾ ਕਿ ਉਹ ਆਪਣੀ ਕਾਮਯਾਬੀ ਦੇ ਤੇ ਆਪਣੀ ਸ਼ਕਤੀ ਦਾ ਕੋਈ ਪ੍ਰਦਰਸ਼ਨ ਕਰ ਰਹੇ ਆ। ਜੀ, ਯੂਨਾਈਟਿਡ ਨੇਸ਼ਨਸ ਨੇ ਵੀ ਕਿਹਾ ਹੈ ਕਿ ਇੱਕ ਵਾਰੀ ਇਹ ਗਵਰਨਮੈਂਟ ਆਫ ਇੰਡੀਆ ਆਪਣਾ ਡਿਸੀਜਨ ਲੈ ਲਵੇ ਕਿ ਫਾਈਨਲ ਕੀ ਕਰਨਾ, ਇੰਡੀਆ ਜਾਂ ਭਾਰਤ, ਤੇ ਉਸ ਤੋਂ ਬਾਅਦ ਅਸੀਂ ਵੀ ਆਪਣੀ ਕਾਰਵਾਈ ਪੂਰੀ ਕਰਕੇ ਭਾਰਤ ਦਾ ਨਾਮ ਬਦਲ ਕੇ ਇੰਡੀਆ ਤੋਂ ਭਾਰਤ ਕਰ ਦੇਵਾਂਗੇ। ਉਹ ਵੀ UNO ਨੇ ਵੀ ਆਪਣੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਆਪਾਂ ਅੱਗੇ ਵਧਦੇ ਹਾਂ। ਇੱਕ ਮਸਲਾ ਹੋਰ ਜਿਹਨੂੰ ਆਪਾਂ ਦੇਖਣਾ ਚਾਹਾਂਗੇ ਕਿ ਇਹ ਪ੍ਰੈਕਟੀਕਲ ਹੈ ਕਿ ਨਹੀਂ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ। ਇਹ ਵੀ ਵਿਰੋਧੀ ਧਿਰਾਂ ਔਰ ਜੋ ਪੋਲੀਟੀਕਲ ਪੰਡਿਤਸ ਨੇ ਉਹ ਕਹਿ ਰਹੇ ਨੇ ਕਿ ਇਹ ਇਲੈਕਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਲਿੱਤਾ ਗਿਆ ਇੱਕ ਫੈਸਲਾ ਹੈ, ਜੋ ਹਜੇ ਪੱਕਾ ਹੋਣਾ ਹੈ ਕਿ ਇਹਦੇ ਉੱਤੇ ਕੀ ਫੈਸਲਾ ਹੁੰਦਾ ਪਾਰਲੀਮੈਂਟ ਦੇ ਵਿੱਚ। ਕਿ ਭਾਰਤੀ ਜਨਤਾ ਪਾਰਟੀ ਦੀ ਇਹ ਸੋਚ ਹੈ ਕਿ ਇੱਕੋ ਵਾਰ ਇਲੈਕਸ਼ਨਸ ਹੋਣ ਤੇ ਇੱਕੋ ਵਾਰ ਸਾਰਿਆਂ ਦਾ ਮਨ ਆਪਣੇ ਵੱਲ ਮੋੜ ਕੇ ਇੱਕੋ ਵਾਰ ਇਲੈਕਸ਼ਨ ਸਾਰੀਆਂ ਜਿੱਤ ਲਈਆਂ ਜਾਣ। ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਲੈਕਸ਼ਨਸ ਪੂਰੇ ਭਾਰਤ ਦੇ ਵਿੱਚ ਜਿੱਤ ਸਕਦੇ ਹਾਂ। ਇਹ ਪੋਲੀਟੀਕਲ ਪੰਡਿਤਸ ਦਾ ਜੋ ਮੰਨਣਾ ਹੈ, ਤੁਹਾਨੂੰ ਲੱਗਦਾ ਹੈ ਕਿ ਪ੍ਰੈਕਟੀਕਲ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ? ਮਨਜੀਤ ਜੀ, ਜਿਵੇਂ ਉਹ ਇੰਡੀਆ ਦਾ ਭਾਰਤ ਨਾਮ ਬਦਲ ਰਹੇ ਆ, ਇਹ ਵੀ ਡਰਾਂ ਚੋਂ ਹੀ ਗੱਲ ਕਰ ਰਹੇ, ਡਰ ਗਏ ਆ। ਡਰਨਾ ਨਹੀਂ ਚਾਹੀਦਾ। ਜਦੋਂ ਮੈਦਾਨ ਚ ਉਤਰੀਏ ਤੇ ਭਾਵੇਂ ਤੁਹਾਨੂੰ ਅੰਦਰੋਂ ਡਰ ਲੱਗੇ, ਬਾਹਰੋਂ ਤੇ ਪੋਸਚਰਿੰਗ ਜਿਹੜੀ ਆ ਉਹ ਤੇ ਤੁਹਾਨੂੰ ਐ ਓਏ ਛੱਡਾਂਗੇ ਨਹੀਂ, ਤਕੜੇ ਹੋ ਜੋ, ਅਲੀ ਕਰਕੇ ਆ ਗਏ ਅਸੀਂ, ਤੁਸੀਂ ਭੱਜਦਿਆਂ ਨੂੰ ਰਾਹ ਨਹੀਂ ਲੱਭਾਂਗੇ। ਇਹ ਦਬਕਾ ਤੇ ਚਾਹੀਦਾ ਹੈ। ਜਦੋਂ ਫੌਜਾਂ ਲੜਦੀਆਂ ਜੇ ਡਰੀ ਜਾਣਗੀਆਂ ਤੇ ਫਿਰ ਲੜਨਾ ਕੀ ਹੈ? ਇਹ ਹਾਲਤ ਵਿੱਚੋਂ ਇਹ ਨਿਕਲੀ ਹੋਈ ਗੱਲ ਹੈਗੀ ਆ। ਇਹ ਕੋਈ ਨਵੀਂ ਚਰਚਾ ਨਹੀਂ, ਪਿਛਲੇ 40-45 ਸਾਲ ਤੋਂ ਤੇ ਮੈਂ ਸੁਣ ਰਿਹਾ। 1981 ਤੋਂ ਚਰਚਾ ਵਨ ਨੇਸ਼ਨ ਵਨ ਇਲੈਕਸ਼ਨ, ਜਾਣੀ ਇੰਜ ਇਹ ਨਾਰਾ ਤਾਂ ਨਹੀਂ ਸੀ, ਚਲੋ ਇਹਨਾਂ ਨਾਰਾ ਕੁਆਇਨ ਕਰਤਾ। ਇਲੈਕਸ਼ਨ ਕਿਸੇ ਵੇਲੇ ਇਕੱਠੀ ਹੁੰਦੀ ਸੀ। ਜਦੋਂ 60ਵਿਆਂ ਦੇ ਵਿੱਚ ਸੂਬਿਆਂ ਦੀਆਂ ਸਟੇਟਾਂ ਜਿਹੜੀਆਂ ਮਾਈਨੋਰਿਟੀ 'ਚ ਰਹਿ ਗਈਆਂ ਜਾਂ ਧੱਕੇ ਨਾਲ ਤੋੜੀਆਂ ਗਈਆਂ ਕਾਂਗਰਸ ਵੱਲੋਂ, ਤਾਂ ਉਦੋਂ
ਫਿਰ ਇਲੈਕਸ਼ਨ ਤੇ ਦੁਬਾਰਾ ਕਰਾਉਣੀ ਸੀ ਤੁਸੀਂ। ਜੇ 6 ਮਹੀਨੇ ਤੋਂ ਜ਼ਿਆਦਾ ਹੋ ਗਏ ਟਾਈਮ, ਸਾਡਾ ਕਨਸਟੀਟਿਊਸ਼ਨ ਕਹਿੰਦਾ ਆ ਕਿ ਉਹ ਇਲੈਕਸ਼ਨ ਤੁਹਾਨੂੰ ਦੁਬਾਰਾ ਕਰਵਾਉਣੀ ਪਊਗੀ। ਉਹ ਫਿਰ ਦੁਬਾਰਾ ਅਲੱਗ-ਅਲੱਗ ਟਾਈਮ ਤੇ ਜਿਵੇਂ ਕੋਈ ਅਸੈਂਬਲੀਆਂ ਦੁਬਾਰਾ ਰੀ ਇਲੈਕਸ਼ਨ ਹੋਈ ਤਾਂ ਉਹ ਉਸੇ ਤਰੀਕੇ ਨਾਲ ਸਾਰਿਆ ਗੇੜ ਤੋਂ ਬਾਹਰ ਹੋ ਗਿਆ। ਹੁਣ ਇਹਨਾਂ ਦੇ ਆਰਗੂਮੈਂਟ ਕੀ ਆ? ਦੇਖੋ ਜੀ, ਇੱਕ ਤੇ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ, ਸਾਰਾ ਸਾਲ ਇਲੈਕਸ਼ਨਾਂ ਹੀ ਚਲੀਆਂ ਜਾਂਦੀਆਂ, ਜਿਵੇਂ ਕਿ ਵਿਕਾਸ ਲਈ ਤੇ ਇਹਨਾਂ ਦਾ ਦਿਲ ਬਹੁਤ ਤਤਪਰ ਹੋਇਆ, ਤਿਲ ਮਿਲਾ ਰਿਹਾ ਦਿਲ ਕਿ ਅਸੀਂ ਵਿਕਾਸ 'ਚ ਟਾਈਮ ਲਾਉਣਾ, ਅਸੀਂ ਰਾਜਨੀਤੀ 'ਚ ਨਹੀਂ ਲਾਉਣਾ। ਅਸਲੀ ਗੱਲ ਇਹ ਹੈ। ਦੂਜਾ ਇਹਨਾਂ ਦਾ ਆਰਗੂਮੈਂਟ ਇਹ ਹੈ ਕਿ ਖਰਚਾ ਬਹੁਤ ਹੁੰਦਾ ਜੀ। ਇਹ ਬਿਲਕੁਲ ਖਰਚਾ ਕਿਉਂ ਕਰਦੇ ਆ ਬਈ? ਤੁਹਾਨੂੰ ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਖਰਚਾ ਘੱਟ ਕਰੋ। ਤੁਸੀਂ ਖਰਚਾ ਪਿਛਲੀ ਵਾਰੀ 60,000 ਕਰੋੜ ਰੁਪਇਆ ਕਰਤਾ, ਅਮਰੀਕਾ ਦੇ ਜਿੰਨਾ। ਤੇ ਅਮਰੀਕਾ ਦੀ ਕਰੰਸੀ ਤੇ ਸਾਡੀ ਕਰੰਸੀ ਦਾ 82 ਗੁਣਾ ਫਰਕ ਹੈਗਾ। ਤੇ ਤੁਸੀਂ ਉਹਨਾਂ ਦੇ ਖਰਚਾ ਬਰਾਬਰ ਦੇ ਕਰਦੇ ਹੋ। ਉੱਥੇ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਸ਼ਰਮ ਨਹੀਂ ਆਉਂਦੀ ਆ? ਇੰਨਾ ਗਰੀਬ ਦੇਸ਼ ਤੇ ਇੰਨਾ ਤੁਸੀਂ ਖਰਚਾ ਕਰਦੇ ਆ। ਇਹ ਸਰਕਾਰੀ ਖਰਚੇ ਦਾ ਤੇ ਰੋਣਾ ਆ। ਅਸਲੀਅਤ ਇਹ ਹੈ ਕਿ ਕਾਰਪੋਰੇਟਾਂ ਨੇ ਮੋਦੀ ਹੁਣਾਂ ਨੂੰ ਜਾਂ ਜਿਹੜੀ ਵੀ ਰੂਲਿੰਗ ਆ ਉਹਨਾਂ ਨੂੰ, ਕਿਉਂਕਿ ਸੱਤਾ ਰਿਟੇਨ ਕਰਨੀ ਹੁੰਦੀ ਹੈ, ਕਹਿਤਾ ਵੀ ਬਾਰ-ਬਾਰ ਸਾਡੇ ਕੋਲ ਪੈਸੇ ਨਾ ਲਓ, ਇੱਕ ਵਾਰੀ ਤੇ ਤੁਹਾਡਾ ਕੰਮ ਕਰ ਦਾਂਗੇ ਅਸੀਂ, ਕਦੀ ਸੂਬਿਆਂ ਦੇ ਕਦੀ ਇਹਦੇ, ਇੱਕ ਵਾਰੀ ਇਲੈਕਸ਼ਨ ਕਰਕੇ ਇੱਕੋ ਵਾਰੀ ਖਸਤਾ ਵੱਢ ਦੋ, ਵਿੱਚੇ ਪੰਚਾਇਤਾਂ ਦਾ ਕਰਾ ਲਓ। ਅਸੀਂ ਬਾਰ-ਬਾਰ ਇੰਨਾ ਖਰਚਾ ਤੁਹਾਨੂੰ ਨਹੀਂ ਦੇ ਸਕਦੇ। ਅਸਲੀ ਰੋਣਾ ਇਸ ਗੱਲ ਦਾ ਸਰਕਾਰੀ ਖਰਚੇ ਦਾ ਨਹੀਂ ਹੈਗਾ। ਸਰਕਾਰੀ ਖਜ਼ਾਨੇ ਦਾ ਤਾਂ ਖੁਸ਼ ਹੋ ਕੇ ਖਰਚਦੇ ਆ, ਜਿੰਨਾ ਵੀ ਵੱਧ ਤੋਂ ਵੱਧ ਖਰਚਿਆ ਜਾਏ। ਨਹੀਂ ਤੇ 60,000 ਕਰੋੜ ਰੁਪਇਆ ਪਿਛਲੀ ਚੋਣ ਤੇ ਕਿਵੇਂ ਖਰਚਾ ਆਇਆ 2019 ਵਾਲੀ ਤੇ ਦੱਸਣ ਕਿਉਂ ਇੰਨਾ ਖਰਚਾ ਕੀਤਾ ਗਿਆ। ਇਸ ਲਈ ਅਸਲੀ ਜਿਹੜੀ ਗੱਲ ਆ, ਇਹ ਡਰੇ ਹੋਏ ਆ ਕਿ ਆਪਾਂ 5 ਜਿਹੜੇ ਸੂਬੇ ਆ ਪਹਿਲਾਂ ਜਿਨ੍ਹਾਂ ਦੀਆਂ ਚੋਣਾਂ ਇਸੇ ਸਾਲ ਦੇ ਅੰਦਰ ਹੋਣੀਆਂ, ਉਹਦੇ ਵਿੱਚ ਮੋਦੀ ਜੀ ਨੂੰ ਉਮੀਦ ਨਹੀਂ ਹੈ ਕਿ ਰਿਜ਼ਲਟ ਉਹਨਾਂ ਦੇ ਹੱਕ ਚ ਆਉਣਗੇ। ਮੱਧ ਪ੍ਰਦੇਸ਼, ਛੱਤੀਸਗੜ੍ਹ ਆ, ਤੇਲੰਗਾਨਾ ਆ, ਰਾਜਸਥਾਨ ਆ, ਇੱਕ ਮੇਰਾ ਖਿਆਲ ਮਿਜ਼ੋਰਮ ਹੈ। ਇਹਨਾਂ ਦਾ ਤੇ ਜਿਹੜੇ 4 ਮੁੱਖ ਸੂਬੇ ਆ ਉਹਨਾਂ ਚੋਂ, ਤੇ ਉਹਨਾਂ ਨੇ ਟੋਨ ਸੈੱਟ ਕਰ ਦੇਣੀ ਆ ਅਗਲੀਆਂ ਚੋਣਾਂ ਲਈ 2024 ਲਈ। ਇਸ ਗੱਲ ਤੋਂ ਡਰ ਕੇ ਮਾਰੇ ਇੱਕ ਇਲੈਕਸ਼ਨ। ਅਸਲੀ ਮੁੱਦਾ ਤੇ ਇਹ ਹੈ। ਦੂਸਰਾ ਮੁੱਦਾ ਇਹਨਾਂ ਨੂੰ ਜਿਹੜਾ ਫਾਈਨੈਂਸ ਦਾ ਦਿੱਕਤ ਆ ਰਹੀ ਆ, ਬਾਰ-ਬਾਰ ਕਰਨ ਦੀ ਖਰਚੇ ਆ। ਅਦਰਵਾਈਜ਼ ਕਹਿੰਦੇ ਜੀ ਟਾਈਮ ਬਹੁਤ ਲੱਗਦਾ, ਨਾ ਜਾਓ ਤਾਂ। ਮੋਦੀ ਜੀ ਕਿਉਂ ਜਾ ਕੇ 25 ਰੈਲੀਆਂ ਇਹਨਾਂ ਨੇ 26 ਕੀਤੀਆਂ। ਅਮਿਤ ਸ਼ਾਹ ਨੇ ਪਿਛਲੀ ਵਾਰੀ ਅਸੈਂਬਲੀ ਦੀਆਂ ਚੋਣਾਂ 'ਚ ਤੇ 25 ਕੀਤੀਆਂ। ਪ੍ਰਧਾਨ ਮੰਤਰੀ ਨੇ ਇੱਕ ਰੈਲੀ ਨਾਲ ਨਹੀਂ ਸੀ ਸਰਦਾ, ਇੱਕ ਕਲਕੱਤੇ 'ਚ ਕਰ ਲੈਂਦੇ ਸਿੰਬੋਲਿਕ, 2 ਰੈਲੀਆਂ 3 ਰੈਲੀਆਂ ਅਮਿਤ ਸ਼ਾਹ ਕਰ ਲੈਂਦੇ, ਆਪਣਾ ਕੰਮ ਕਰਦੇ। ਇਹਨਾਂ ਨੂੰ ਤੇ ਚਾਹ ਚੜਿਆ ਰਹਿੰਦਾ ਇਲੈਕਸ਼ਨ ਵੇ, ਕਹਿੰਦੇ ਕਿ ਇਲੈਕਸ਼ਨ 'ਚ ਟਾਈਮ ਬਹੁਤ। ਇਹਨਾਂ ਦਾ ਤੇ ਟਾਈਮ ਪਾਸ ਹੋਵੇ ਹੀ ਨਾ ਜੇ ਇਲੈਕਸ਼ਨ ਨਾ ਹੋਵੇ ਤੇ। ਅਸਲ 'ਚ ਝੂਠ ਬੋਲ ਰਹੇ ਆ। ਦਿੱਕਤ ਇਹ ਆ ਕਿ ਸੱਤਾ ਦੇ ਵਿੱਚ ਕਿਵੇਂ ਰਹਿਣਾ, ਉਸ ਗੱਲ ਲਈ ਸਾਰੀਆਂ ਤਰਕੀਬਾਂ ਕਰ ਰਹੀਆਂ, ਪਰ ਉਹ ਹੋ ਨਹੀਂ ਸਕਦਾ। ਕਨਸਟੀਟਿਊਸ਼ਨ ਦੀਆਂ 5 ਕਲਾਜ਼ਾਂ ਬਦਲਦੀਆਂ ਪੈਣਗੀਆਂ। ਇੱਕ ਉਹਦਾ ਜਿਹੜਾ ਅੱਗੇ ਅਪੈਂਡਿਕਸ ਹੁੰਦਾ ਆ ਉਹ ਬਦਲਣਾ ਪਊਗਾ। ਬਹੁਤ ਕੁਛ ਕਰਨਾ ਪਊਗਾ ਜਿਹੜਾ ਕਿ ਇੰਨੇ ਥੋੜੇ ਸਮੇਂ 'ਚ ਕਰਨਾ ਬੜਾ ਮੁਸ਼ਕਲ ਹੋਊਗਾ। ਜੇ ਕੋਈ ਧੱਕੇ ਨਾਲ ਧਾਰਾ 370 ਹਟਾਉਣ ਵਾਂਗੂ ਕਰ ਲਿਆ, ਕਿਉਂਕਿ ਲਾਇਆ ਤੇ ਹੈ ਰਾਮਨਾਥ ਕੋਵਿੰਦ ਉਹਨਾਂ ਨੂੰ, ਉਹ ਵੀ ਇੱਕ ਆਪਣੇ ਆਪ 'ਚ ਕੁਐਸਚਨ ਵਾਲੀ ਕਮੇਟੀ ਹੈ। ਇੱਕ ਰਾਸ਼ਟਰਪਤੀ ਨੂੰ ਚੱਕ ਕੇ ਭਾਵੇਂ ਜੋ ਮਰਜ਼ੀ ਹੋਣ, ਉਹਨਾਂ ਨੂੰ ਸਹੂਲਤਾਂ ਤੇ ਅਜੇ ਵੀ ਇੱਕ ਰਾਸ਼ਟਰਪਤੀ ਵਾਂਗੂ ਸਿਕਿਉਰਿਟੀ ਮਿਲਦੀ ਆ, ਹੋਰ ਸਹੂਲਤਾਂ ਮਿਲਦੀਆਂ, ਪੈਨਸ਼ਨ ਮਿਲਦੀ ਆ। ਤੁਸੀਂ ਉਹਨਾਂ ਨੂੰ ਚੱਕ ਕੇ ਇੱਕ ਆਪਣੇ ਥੱਲੇ ਕਮੇਟੀ ਦਾ ਲਾਤਾ। ਮੈਨੂੰ ਤਾਂ ਰਾਮਨਾਥ ਕੋਵਿੰਦ ਦੀ ਵੀ ਨਹੀਂ ਸਮਝ ਆਉਂਦੀ ਕਿ ਉਹਨੇ ਇਹ ਮਨਜ਼ੂਰ ਕਿਉਂ ਕੀਤਾ। ਤੁਹਾਨੂੰ ਐਡੇ ਉੱਚੇ ਰੁਤਬੇ ਤੇ ਬਿਠਾ ਲਿਆ ਹੋਇਆ ਦੇਸ਼ ਦੇ ਰਾਸ਼ਟਰਪਤੀ ਦੇ ਉੱਤੇ, ਤੁਸੀਂ ਚੱਕ ਕੇ ਉਹਨਾਂ ਨਿੱਕੀਆਂ ਕਮੇਟੀਆਂ 'ਚ ਪੈ ਗਏ। ਕੱਲ ਨੂੰ ਕਮੇਟੀ ਦਾ ਰੌਲਾ ਪਊਗਾ, ਤੁਹਾਡਾ ਵੀ ਰੌਲਾ ਪਊਗਾ। ਇਹ ਚੰਗਾ ਲੱਗਦਾ ਆ? ਇਹ ਪਤਾ ਅਜੀਬ ਹੋ ਰਿਹਾ ਹੈ ਸੰਜੀਵ ਜਸ ਖੰਨਾ ਜੀ ਸਾਡੇ ਦੇਸ਼ ਦੇ ਅੰਦਰ। ਇਹ ਬਹੁਤ ਕੁਝ ਸਟ੍ਰੀਮਲਾਈਨ ਕਰਨ ਵਾਲਾ ਇਹ ਪੋਸੀਬਲ ਨਹੀਂ ਹੈ। ਬਹੁਤ ਵਾਰੀ ਆ ਚੁੱਕਾ ਇਹਦੇ ਬਾਰੇ। ਕਾਰਨ ਮੈਂ ਦੱਸ ਦੇਣਾ ਕਿਉਂ ਪੋਸੀਬਲ ਨਹੀਂ ਹੈ। ਇੱਕ ਇਲੈਕਸ਼ਨ ਉਹਦੇ 'ਚ ਮੰਨ ਲਓ ਪਾਰਲੀਮੈਂਟ ਹੀ ਨਹੀਂ ਮੈਜੋਰਿਟੀ 'ਚ ਆਉਂਦੀ ਜੀ ਕਿਸੇ ਦੀ। ਪਾਰਲੀਮੈਂਟ ਕਿੰਨੀ ਵਾਰੀ ਸਾਡੀ ਟੁੱਟੀ ਹੈ, ਜਿਹੜੀ ਬਿਨਾਂ 5 ਸਾਲ ਦੀ ਮਿਆਦ ਪੂਰੇ ਕਰਨ ਤੋਂ। ਫਿਰ ਕੀ ਕਰੋਗੇ? ਸਾਰੇ ਸੂਬਿਆਂ ਦੀਆਂ ਸਰਕਾਰਾਂ ਤੋੜ ਦੋਗੇ। ਇਹ ਤੇ ਐਵੇਂ ਕਿਸਮ ਦੇ ਆਪਣੇ ਡਰ ਨੂੰ ਅੰਦਰੋਂ ਬੀਜੇਪੀ ਬਾਰ-ਬਾਰ ਦਰਸਾ ਰਹੀ ਹੈ ਕਿ ਹਾਏ ਰੱਬਾ ਅਸੀਂ ਪਤਾ ਨਹੀਂ ਐਤਕੀ ਜਿੱਤੀਏ ਕਿ ਨਾ ਜਿੱਤੀਏ। ਉਹਨਾਂ ਨੂੰ ਤਕੜੇ ਹੋ ਕੇ ਇਲੈਕਸ਼ਨ ਦੇ ਮੈਦਾਨ ਵਿੱਚ ਉਤਰਨਾ ਚਾਹੀਦਾ, ਨਾ ਕਿ ਇਹੋ ਜਿਹੀਆਂ ਹੋਰ ਹੀ ਘੁੰਤਰਬਾਜ਼ੀਆਂ ਕੱਢਣੀਆਂ ਚਾਹੀਦੀਆਂ। ਜੀ ਮਨਜੀਤ ਜੀ, ਕਿਉਂਕਿ ਮਿਸਿਸ ਇੰਦਰਾ ਗਾਂਧੀ ਵੇਲੇ ਵੀ ਇੱਕ ਵਾਰੀ ਇਹ ਡਿਬੇਟ ਚੱਲੀ ਸੀ ਕਿ ਜਿੱਦਾਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਸਿਸਟਮ ਹੈ ਉਸ ਤਰ੍ਹਾਂ ਦਾ ਸਿਸਟਮ ਬਣਾ ਦਿੱਤਾ ਜਾਵੇ, ਤਾਂ ਇਹ ਵੀ ਗੱਲ ਚੱਲੀ। ਪਰ ਉਹ ਨੇਪਰੇ ਨਹੀਂ ਛੜੀ, ਕਿਉਂਕਿ ਸਾਰੀ ਸੱਤਾ ਫਿਰ ਪ੍ਰਾਈਮ ਮਿਨਿਸਟਰ ਦੇ ਹੱਥ 'ਚ ਚਲੀ ਜਾਂਦੀ। ਉਹ ਕੁਝ ਹੋਰ ਹੀ ਬਣ ਜਾਂਦਾ, ਸਾਡਾ ਫੈਡਰਲ ਸਿਸਟਮ ਨਾ ਰਹਿੰਦਾ। ਇਹ ਵੀ ਗੱਲ ਕਹੀ ਜਾਂਦੀ ਹੈ। ਦੂਜੀ ਤੁਸੀਂ ਕਿਹਾ ਕਿ ਇਲੈਕਸ਼ਨਸ ਦੇ ਵਿੱਚ ਜ਼ਿਆਦਾ ਬਿਜ਼ੀ ਰਹਿੰਦੇ ਨੇ ਸਾਰੇ ਨੇਤਾ ਜੋ ਰੂਲਿੰਗ ਪਾਰਟੀ ਦੇ ਨੇ, ਤਾਂ ਉਹਦੇ ਬਾਰੇ ਇੱਕ ਵਾਰੀ ਗੱਲ ਕੀਤੀ ਗਈ ਕਿ
ਸਭ ਤੋਂ ਘੱਟ ਛੁੱਟੀਆਂ ਕਿਹਨਾਂ ਨੇ ਲਿੱਤੀਆਂ ਨੇ ਜਾਂ ਬਿਲਕੁਲ ਛੁੱਟੀਆਂ ਕਿਹਨੇ ਨੇ ਨਹੀਂ ਲਿੱਤੀਆਂ, ਤਾਂ ਉਹ ਗੱਲ ਸਾਹਮਣੇ ਆਈ ਸੀ। ਵਿਰੋਧੀ ਧਿਰ ਕਹਿੰਦੇ ਕਿ ਮੋਦੀ ਸਾਹਿਬ ਦਾ ਹੀ ਨਾਂ ਆਉਂਦਾ ਕਿ ਜਿਨ੍ਹਾਂ ਨੇ ਬਿਲਕੁਲ ਛੁੱਟੀ ਨਹੀਂ ਕੀਤੀ। ਤੇ ਕਹਿੰਦੇ ਸਵਾਲ ਇਹ ਹੈ ਕਿ ਜਿਹੜਾ ਉਹ ਕੰਮ ਕਰ ਰਹੇ ਨੇ ਉਹ ਦੇਸ਼ ਵਾਸਤੇ ਕਰ ਰਹੇ ਨੇ, ਆਪਣੀ ਪਾਰਟੀ ਵਾਸਤੇ ਕਰ ਰਹੇ ਨੇ ਜਾਂ ਇਲੈਕਸ਼ਨਸ ਵਾਸਤੇ ਕਰ ਰਹੇ ਨੇ, ਇਹਦੇ ਉੱਤੇ ਚਰਚਾ ਚਾਹੀਦੀ ਹੈ। ਖੈਰ ਵਿਰੋਧੀ ਧਿਰ ਹੈ, ਉਹ ਆਪਣੀ ਤਰ੍ਹਾਂ ਨਾਲ ਹਰ ਸਿਚੁਏਸ਼ਨ ਨੂੰ ਆਪਣੇ ਵੱਲ ਮੋੜਨਾ ਚਾਹੁੰਦੀ ਹੈ। ਸੋ ਤੁਸੀਂ ਇਹ ਦੱਸਿਆ ਕਿ ਇਹ ਜੋ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਗੱਲ ਹੈ ਇਹ ਪ੍ਰੈਕਟੀਕਲ ਨਹੀਂ ਹੈਗੀ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਹਰ 3-4 ਮਹੀਨੇ ਬਾਅਦ ਕਿਤੇ ਨਾ ਕਿਤੇ ਇਲੈਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਔਰ ਵੈਸੇ ਵੀ ਠੀਕ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਇਲੈਕਸ਼ਨਸ ਹੁੰਦੀਆਂ ਕੀ ਨੇ, ਲੋਕ ਐਜੂਕੇਟ ਹੁੰਦੇ ਰਹਿੰਦੇ ਨੇ। ਜੇ 5 ਸਾਲ ਬਾਅਦ ਇਲੈਕਸ਼ਨਸ ਹੋਣ ਤਾਂ ਹੋ ਸਕਦਾ ਕਿ ਲੋਕ ਵੋਟਾਂ ਦੇਣਾ ਹੀ ਭੁੱਲ ਜਾਣ ਕਿ ਵੋਟ ਦੇਣਾ ਵੀ ਇੱਕ ਆਰਟ ਹੁੰਦੀ ਹੈ, ਇੱਕ ਕਲਾ ਹੁੰਦੀ ਹੈ। ਮਨਜੀਤ ਜੀ ਥੈਂਕ ਯੂ ਸੋ ਮਚ, ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਬਹੁਤ ਸ਼ੁਕਰੀਆ। ਅਸੀਂ ਹੋਰ ਗਤੀਵਿਧੀਆਂ ਦੇ ਮੁਤਾਬਿਕ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ ਤੇ ਤੁਹਾਡੇ ਕੋਲੋਂ ਐਨਲਾਈਟਨ ਹੁੰਦੇ ਰਵਾਂਗੇ। ਥੈਂਕ ਯੂ ਸੋ ਮਚ ਮਨਜੀਤ ਜੀ। ਬਹੁਤ ਧੰਨਵਾਦ ਜੀ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।